ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 10 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵੇ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਕੋਈ ਹੋਰ ਵੀ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਖਬਰ ਆ ਨੇਪਾਲ ਦੀ, ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਨੇਪਾਲ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ ਆ, ਬਹੁਤ ਜ਼ਿਆਦਾ ਅੱਗਾਂ ਲਾਈਆਂ ਗਈਆਂ। ਇੱਕ ਸਾਬਕਾ ਪ੍ਰਾਈਮ ਮਿਨਿਸਟਰ ਦੀ ਵਾਈਫ ਨੂੰ ਵੀ ਅੱਗ ਵਿੱਚ ਸਾੜ ਕੇ ਮਾਰ ਦਿੱਤਾ ਗਿਆ। ਬਹੁਤ ਸਾਰੇ ਜਿਹੜੇ ਮਿਨਿਸਟਰ ਆ ਉਹ ਕੁੱਟੇ ਵੀ ਗਏ ਹੈਗੇ ਆ। ਐਜੂਕੇਸ਼ਨ ਮਿਨਿਸਟਰ ਜਿਹੜਾ ਆ ਉਹਨੂੰ ਚੰਗੀ ਤਰ੍ਹਾਂ ਕੁੱਟਿਆ ਗਿਆ, ਕਿਉਂਕਿ ਉਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪਈ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਨੇਪਾਲ ਨੂੰ ਕੋਸ਼ਿਸ਼ ਕਰ ਰਿਹਾ ਸੀ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ। ਇਹ 'ਚ ਕੋਈ ਸ਼ੱਕ ਨਹੀਂ ਪਈ, ਨੇਪਾਲ ਦੇ ਵਿੱਚ ਹਿੰਦੂ ਮੈਜੋਰਟੀ 'ਚ ਲੋਕ ਰਹਿੰਦੇ ਆ। ਉੱਥੇ ਮੁਸਲਮਾਨ ਵੀ ਹੈਗੇ ਆ, ਬੋਧੀ ਵੀ ਆ, ਹੋਰ ਬਹੁਤ ਸਾਰੇ ਆ, ਪਰ ਉਹਨੂੰ ਸੈਕੂਲਰ ਮੁਲਕ ਕਰਕੇ ਜਾਣਿਆ ਜਾਂਦਾ ਜਦੋਂ ਤੋਂ ਹੀ 1996 ਤੋਂ ਜਿਹੜੀਆਂ ਇਲੈਕਸ਼ਨਾਂ ਉੱਥੇ ਸ਼ੁਰੂ ਹੋਈਆਂ ਹੈਗੀਆਂ। ਸੋ ਹੁਣ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਉੱਥੇ ਦੀ ਜਿਹੜੀ ਪਾਰਲੀਮੈਂਟ ਆ ਉਹਨੂੰ ਵੀ ਅੱਗ ਲਾ ਦਿੱਤੀ। ਤੇ ਹੁਣ ਜੋ ਬਹੁਤੇ ਇਹ ਜਨਰੇਸ਼ਨ ਜਿਹੜੇ ਆ ਯੰਗ ਜਨਰੇਸ਼ਨ ਵਾਲੇ ਆ, ਜਿਹੜੇ 1995-97 ਤੋਂ ਬਾਅਦ ਬੋਰਨ ਆ, ਉਹਨਾਂ ਨੇ ਇਹ ਕਿਹਾ ਵੀ ਸੁਪਰੀਮ ਕੋਰਟ ਦਾ ਜਿਹੜੀ ਇੱਕ ਸਾਬਕਾ ਜਸਟਿਸ ਹੈਗੀ ਆ ਉਸ ਨੂੰ ਇੰਟਰਮ ਪ੍ਰਾਈਮ ਮਿਨਿਸਟਰ ਲਾਇਆ ਜਾਵੇ। ਤੇ ਆਰਮੀ ਜਿਹੜੀ ਆ ਉਹ ਹੁਣ ਜੋ ਸ਼ਾਂਤੀ ਆ ਉਹਨੂੰ ਰੀਸਟੋਰ ਕਰਨ ਦੇ ਵਿੱਚ ਲੱਗੀ ਹੋਈ ਆ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਉਹ ਪੂਰੇ ਨੇਪਾਲ ਦੇ ਵਿੱਚ ਨਿਕਲੇ ਹੋਏ ਹੈਗੇ ਆ। ਰੇਹਨ ਰਾਜ ਦੰਗਲ ਇੱਕ ਰਿਪਰੈਜ਼ੈਂਟੇਟਿਵ ਆ ਪ੍ਰੋਟੈਸਟਰਸ ਦਾ, ਉਹਨਾਂ ਨੇ ਪ੍ਰਪੋਜ਼ ਕੀਤਾ ਹੈ ਕਿ ਸੁਸ਼ੀਲਾ ਕਰਕੀ ਜੋ ਚੀਫ ਜਸਟਿਸ ਸਾਬਕਾ ਰਹੀ ਹੈਗੀ ਆ ਨੇਪਾਲ ਦੀ, ਉਸ ਨੂੰ ਇੰਟਰਮ ਗਵਰਨਮੈਂਟ ਦੀ ਹੈਡ ਲਾਇਆ ਜਾਵੇ। ਕੱਲੀ ਇੱਕੋ ਇੱਕ ਫੀਮੇਲ ਆ ਜਿਹੜੀ ਚੀਫ ਜਸਟਿਸ ਰਹੀ ਆ ਸੁਪਰੀਮ ਕੋਰਟ ਦੀ, 2016 ਤੋਂ ਲੈ ਕੇ 2017 ਦੇ ਵਿੱਚ ਉਹ ਰਹੀ ਆ। ਕਾਫੀ ਕਹਿੰਦੇ ਪੋਪੂਲਰ ਹੈਗੀ ਆ ਤੇ ਉਸ ਨੂੰ ਹੁਣ ਇਹ ਸਾਰੇ ਜਿਹੜੇ ਪ੍ਰੋਟੈਸਟਰਸ ਆ ਇਹ ਕਹਿ ਰਹੇ ਆ ਵੀ ਉਸ ਨੂੰ ਇੰਟਰਮ ਉੱਥੇ ਦਾ ਲੀਡਰ ਲਾਇਆ ਜਾਵੇ ਤੇ ਉਸ ਤੋਂ ਬਾਅਦ ਫਿਰ ਜੋ ਇਲੈਕਸ਼ਨਸ ਹੋਣਗੀਆਂ ਉਹ ਬਾਅਦ ਦੇ ਵਿੱਚ ਦੇਖਿਆ ਜਾਊਗਾ। ਜੀ ਬਿਲਕੁਲ। ਸੋ ਕਾਫੀ ਜਿਹੜੀ ਸਾਊਥ ਈਸਟ ਏਸ਼ੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ, ਹਰਜੋਤ ਸਿੰਘ ਜੀ, ਵੀ ਕਾਫੀ ਅਸਥਿਰਤਾ ਜਿਹੜੀ ਆ ਉਹ ਬਣੀ ਪਈ ਹੈਗੀ ਆ। ਕੀ ਜਿਹੜਾ ਇਹ ਚੱਲ ਰਿਹਾ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਪਰ ਅਸਥਿਰਤਾ ਦੇ ਵਿੱਚੋਂ ਇੱਕ ਚੀਜ਼ ਜਿਹੜੀ ਉਹ ਜ਼ਰੂਰ ਨਿਕਲਦੀ ਹੁੰਦੀ ਹੈ, ਕਿਸੇ ਇੱਕ ਵੱਡੇ ਖਿਡਾਰੀ ਦੇ ਹੱਥ ਜਾਂ ਉਸ ਦੇ ਵਿੱਚ ਛਾਪਾਂ ਜਿਹੜੀਆਂ ਉਹ ਜ਼ਰੂਰ ਨਜ਼ਰ ਆਉਂਦੀਆਂ ਆ। ਉਹ ਇਸ ਟਾਈਮ ਸਾਰੇ ਜਾਣੇ ਚੈੱਕ ਕਰ ਰਹੇ ਆ ਵੀ ਇਹਦੇ ਪਿੱਛੇ ਜਿਹੜਾ ਉਹ ਕੀ ਹੋ ਸਕਦਾ ਹੈਗਾ ਆ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਵੱਧਦੇ ਜਾਈਏ, ਪੋਲੈਂਡ ਦੇ ਜਿਹੜਾ ਇਹ ਦਾਅਵਾ ਕੀਤਾ ਆ ਵੀ ਰਸ਼ੀਆ ਤੋਂ ਆਏ ਜਿਹੜੇ ਡਰੋਨਸ ਆ ਉਹਨਾਂ ਨੇ ਆਪਣੀ ਏਅਰ ਸਪੇਸ ਦੇ ਵਿੱਚ ਉਹਨਾਂ ਨੂੰ ਨਸ਼ਟ ਕੀਤਾ ਆ। ਪਹਿਲਾ ਨਾਟੋ ਮੈਂਬਰ ਬਣਿਆ ਆ ਜਿਨ੍ਹਾਂ ਨੇ ਹੁਣ ਯੂਕਰੇਨ ਵਾਰ ਦੇ ਵਿੱਚ ਕਹਿ ਲਓ ਵੀ
ਫਾਇਰ ਇੱਕ ਹਿਸਾਬ ਦੇ ਨਾਲ ਕੀਤੀ ਆ। ਪੁਤਿਨ ਕਹਿ ਰਿਹਾ ਵੀ ਸਾਡਾ ਕੋਈ ਏਦਾਂ ਦਾ ਇਰਾਦਾ ਨਹੀਂ ਆ ਵੀ ਪੋਲੈਂਡ ਦੇ ਵਿੱਚ ਜਿਹੜਾ ਕੋਈ ਹਮਲਾ ਆ ਉਹ ਕੀਤਾ ਜਾਵੇ। ਨਾਟੋ ਦਾ ਜਿਹੜਾ ਆਰਟੀਕਲ 5 ਆ ਉਹ ਇਹ ਡਿਕਟੇਟ ਕਰਦਾ ਆ ਵੀ ਜੇ ਕਿਸੇ ਇੱਕ ਨਾਟੋ ਦੇ ਮੁਲਕ ਦੇ ਉੱਤੇ ਹਮਲਾ ਹੁੰਦਾ ਹੈ ਤੇ ਉਹ ਸਾਰੇ ਮੁਲਕਾਂ ਦੇ ਉੱਤੇ ਹਮਲਾ ਮੰਨਿਆ ਜਾਵੇਗਾ ਤੇ ਸਾਂਝੇ ਤੌਰ ਦੇ ਉੱਤੇ ਉਸ ਦਾ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ। ਸੋ ਹੁਣ ਜਿਹੜੇ ਪੋਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਡੋਨਲਡ ਟਸਕ ਆ ਕਹਿੰਦੇ ਵੀ ਜਿਹੜੀ ਸਿਚੁਏਸ਼ਨ ਇਸ ਟਾਈਮ ਆ ਸਾਨੂੰ ਜਿਹੜਾ ਵਰਲਡ ਵਾਰ 2 ਤੋਂ ਬਾਅਦ ਚ ਇੱਕ ਵੱਡੇ ਓਪਨ ਕੌਨਫਲਿਕਟ ਦੇ ਵੱਲ ਨੂੰ ਧੱਕ ਰਹੀ ਹੈਗੀ ਆ। ਸੋ ਇਹ ਬਹੁਤ ਵੱਡੀ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਜਿਹੜੀ ਚੀਜ਼ ਆ ਇਹ ਵਾਪਰ ਸਕਦੀ ਆ। ਇਹ ਅੱਗੇ ਨੂੰ ਜਿਹੜਾ ਉਹ ਕੰਮ ਵੱਧ ਸਕਦਾ ਆ ਜੇ ਰਸ਼ੀਆ ਇਹ ਕਹਿੰਦਾ ਆ ਵੀ ਹਾਂ ਅਸੀਂ ਇਸ ਪਾਸੇ ਵੱਲ ਨੂੰ ਜਾਵਾਂਗੇ, ਪਰ ਪੁਤਿਨ ਹੁਣਾਂ ਨੇ ਇਸ ਗੱਲ ਨੂੰ ਹਾਲ ਦੀ ਘੜੀ ਨਕਾਰ ਦਿੱਤਾ ਹੈਗਾ ਆ। ਸੋ ਪੋਲੈਂਡ ਨਾਟੋ ਦਾ ਜਿਹੜਾ ਉਹ ਮੈਂਬਰ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਆ। ਸੋ ਨਾਟੋ ਐਲਾਈਜ਼ ਦੇ ਦੁਆਰਾ ਹੁਣ ਜਿਹੜੇ ਜਿਸ ਤਰੀਕੇ ਦੇ ਜਿਹੜੇ ਉਹ ਬਿਆਨ ਆ ਰਹੇ ਆ ਉਹ ਜਿਹੜੇ ਇਸ ਟਾਈਮ ਸਾਹਮਣੇ ਆ। ਰਸ਼ੀਆ ਨੇ ਤਾਂ ਇੱਥੋਂ ਤੱਕ ਕਿਹਾ ਵੀ ਇਹ ਜਿਹੜਾ ਗਰਾਊਂਡਲੈਸ ਐਕੁਇਜ਼ੀਸ਼ਨ ਆ ਵੀ ਸਾਡੇ ਤੇ ਜਿਹੜੇ ਧੱਕੇ ਦੇ ਨਾਲ ਦੋਸ਼ ਲਾਏ ਜਾ ਰਹੇ ਆ। ਸਾਡਾ ਕੋਈ ਪਲਾਨ ਨਹੀਂ ਹੈਗਾ ਵੀ ਪੋਲੈਂਡ ਦੇ ਵਿੱਚ ਕਿਸੇ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਵੇ। ਰਸ਼ੀਅਨ ਡਿਫੈਂਸ ਮਿਨਿਸਟਰੀ ਨੇ ਕਿਹਾ ਵੀ ਉਹਨਾਂ ਨੇ ਤਾਂ ਜਿਹੜਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਯੂਕਰੇਨ ਦਾ ਆ ਉਸ ਉੱਤੇ ਹੀ ਹਮਲਾ ਕੀਤਾ ਆ, ਲਾਰਜ ਸਕੇਲ ਜਿਹੜੀ ਸਟ੍ਰਾਈਕ ਆ, ਤੇ ਸਾਡਾ ਕੋਈ ਇਦਾਂ ਦਾ ਇਰਾਦਾ ਨਹੀਂ ਆ ਵੀ ਡਿਸਟਰਕਸ਼ਨ ਹੋਵੇ ਪੋਲੈਂਡ ਦੀ ਟੈਰੀਟਰੀ ਦੇ ਵਿੱਚ। ਕੋਈ ਟਾਰਗੇਟ ਉੱਥੇ ਨਹੀਂ ਹੈਗਾ ਕਿ ਜਿਹੜਾ ਰਸ਼ੀਆ ਆ ਮਿਲਟਰੀ ਇੰਡਸਟਰੀਅਲ ਕੰਪਲੈਕਸ ਆਫ ਯੂਕਰੇਨ ਦੇ ਬਹਾਨੇ ਇਸ ਪਾਸੇ ਵੱਲ ਨੂੰ ਤਾਂ ਨਹੀਂ ਆ ਰਿਹਾ। ਇਹ ਜਿਹੜੀ ਦੇਖਣ ਵਾਲੀ ਗੱਲ ਹੋਊਗੀ। ਪੋਲੈਂਡ ਦੇ ਜਿਹੜੇ ਫੋਰਨ ਮਿਨਿਸਟਰ ਰਾਡੋਸਲਾ ਸਿਕਰੋਸਕੀ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹਨਾਂ ਨੇ ਜਾਣਬੁੱਝ ਕੇ ਇਨਕਰਜਨ ਜਿਹੜੀ ਆ ਉਹ ਕੀਤੀ ਆ, ਵੀ ਇਹ ਇੰਟੈਂਸ਼ਨਲ ਸੀਗੀ ਤੇ ਕਹਿੰਦੇ ਵੀ ਇਹ ਵਾਇਲੇਸ਼ਨ ਹੈਗੀ ਆ। ਅਟੈਕ ਹੋਇਆ ਆ ਨਾਟੋ ਦੇ ਇੱਕ ਹਿਸਾਬ ਦੇ ਨਾਲ ਉੱਤੇ ਤੇ ਯੂਰਪੀਅਨ ਯੂਨੀਅਨ ਦੇ ਉੱਤੇ। ਕਹਿੰਦੇ ਵੀ ਇਸ ਕੇਸ ਦੇ ਵਿੱਚ 19 ਬਰੀਚ ਨੇ, ਯਾਨੀ ਕਿ 19 ਇੱਕ ਹਿਸਾਬ ਦੇ ਨਾਲ ਉਹ ਹਮਲੇ ਜਿਹੜੇ ਆ ਉਹ ਮੰਨੇ ਜਿਹੜੇ ਉਹ ਜਾ ਸਕਦੇ ਆ ਕਿਉਂਕਿ ਨਾਟੋ ਦੇ ਮੈਂਬਰਾਂ ਦੇ ਗਿਣਤੀ ਦੇ ਜਿਹੜੇ ਉਹ ਹਿਸਾਬ ਦੇ ਨਾਲ। ਸੋ ਕਹਿੰਦੇ ਵੀ ਇਹ ਐਕਸੀਡੈਂਟਲ ਨਹੀਂ ਜਿਹੜੀ ਉਹ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ। ਯੂਰਪੀਅਨ ਯੂਨੀਅਨ ਕਹਿੰਦੇ ਵੀ ਸਾਨੂੰ ਇੱਕ ਡਰੋਨ ਵਾਲ ਕ੍ਰੀਏਟ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਜੋ ਕੱਲ ਪੋਲੈਂਡ ਦੇ ਵਿੱਚ ਵਾਪਰਿਆ ਆ ਉਸ ਤੋਂ ਜਿਹੜਾ ਹੁਣ ਨਜਿੱਠਣ ਦੇ ਲਈ। ਕਹਿੰਦੇ ਵੀ ਇਹ ਖਤਰਾ ਕੱਲਾ ਪੋਲੈਂਡ ਦੇ ਲਈ ਨਹੀਂ ਆ ਬਲਕਿ ਜਿਹੜਾ ਡਰੋਨਸ ਦੀ ਯੂਜ਼ ਜਿੱਦਾਂ ਹੋ ਰਿਹਾ ਆ ਉਹ ਇੱਕ ਖਤਰਾ ਆ ਯੂਰਪੀਅਨ ਸੰਘ ਪੂਰੇ ਦੇ ਪੂਰੇ ਲਈ ਤੇ ਨੇਚਰ ਇਸ ਹਿਸਾਬ ਦੇ ਨਾਲ ਜੋ ਇਹ ਬਣ ਕੇ ਆ ਰਹੀ ਆ ਵੀ ਇਹ ਪੂਰੇ ਦੇ ਪੂਰੇ ਸਾਰਿਆਂ ਨੂੰ ਸਾਨੂੰ ਮਿਲ ਕੇ ਇਸ ਨੂੰ ਨਜਿੱਠਣਾ ਜਿਹੜਾ ਉਹ ਪਊਗਾ। ਕਿ ਰਸ਼ੀਆ ਦਾ ਅੰਦਰ ਖਾਤੇ ਕੋਈ ਪਲਾਨ ਆ ਪੋਲੈਂਡ ਵੱਲ ਨੂੰ ਵੀ ਜਿਹੜਾ ਉਹ ਵਧਣ ਦਾ। ਨਾਟੋ ਨੇ ਜਿਹੜਾ ਆਲਰੇਡੀ ਪੋਲੈਂਡ ਨੂੰ ਕਿਹਾ ਵੀ ਅਸੀਂ ਹਰ ਤਰ੍ਹਾਂ ਦੀ ਜਿਹੜੀ ਸਪੋਰਟ ਆ ਉਹ ਇਸ ਦੇ ਵਿੱਚ ਕਰਾਂਗੇ। ਪੋਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਡੋਨਲਡ ਟਸਕ ਆ ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਲਾਰਜ ਸਕੇਲ ਪ੍ਰੋਵੋਕੇਸ਼ਨਸ ਜਿੱਦਾਂ ਉਕਸਾਉਣ ਵਾਲੀਆਂ ਜਿਹੜੀਆਂ ਗੱਲਾਂ ਆ ਉਹਦੇ ਨਾਲ ਅਸੀਂ ਪਹਿਲੋਂ ਵੀ ਨਜਿੱਠ ਚੁੱਕੇ ਆ। 19 ਚੋਂ ਜਿਹੜੇ 4 ਡਰੋਨ ਆ ਉਹਨਾਂ ਨੂੰ ਕਹਿੰਦੇ ਵੀ ਅਸੀਂ ਰਸਤੇ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਸੀਗਾ। ਸੋ ਇਹ ਹੁਣ ਮਾਮਲਾ ਕਿੱਥੇ ਤੱਕ ਨੂੰ ਅੱਗੇ ਜਿਹੜਾ ਉਹ ਵੱਧਦਾ ਆ ਉਹ ਦੇਖਣ ਵਾਲੀ ਗੱਲ ਰਹੇਗੀ। ਪੋਲੈਂਡ ਮਿਲਟਰੀ ਦੇ ਆਪਰੇਸ਼ਨਲ ਕਮਾਂਡ ਨੇ ਕਿਹਾ ਵੀ ਜਿਹੜੇ ਡਰੋਨਸ ਦੇ ਇਹ 19 ਡਰੋਨਸ ਦੇ ਨਾਲ ਜਿਹੜਾ ਇਹ ਹਮਲਾ ਹੋਇਆ ਆ ਇਹ ਐਕਟ ਆਫ ਅਗਰੈਸ਼ਨ ਆ ਤੇ ਆਪਣੇ ਜਿਹੜੇ ਉਹਨਾਂ ਨੇ ਰੈਜ਼ੀਡੈਂਟਸ ਨੂੰ ਘਰੇ ਰਹਿਣ ਦੀ ਹਦਾਇਤਾਂ ਜਿਹੜੀਆਂ ਉਹ ਦੇ ਦਿੱਤੀਆਂ। 3 ਜਿਹੜੇ ਈਸਟਰਨ ਰੀਜਨ ਪੂਰਬੀ ਜਿਹੜੇ ਇਲਾਕੇ ਨੇ ਕਹਿੰਦੇ ਵੀ ਉਹ ਖਤਰੇ ਦੇ ਵਿੱਚ ਆ ਤੇ ਨਾਲ ਦੇ ਨਾਲ ਨਾਟੋ ਦੇ 에ਅਰ ਕਮਾਂਡ ਦਾ ਧੰਨਵਾਦ ਕੀਤਾ। ਜਿਹੜੀ ਡੱਚ ਨੇ ਨੀਦਰਲੈਂਡਸ ਵਾਲੇ ਉਹਨਾਂ ਦੀ 에ਅਰ ਫੋਰਸ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਝੱਟ ਦੇਣੀ F-35 ਜਿਹੜੇ ਫਾਈਟਰ ਜੈਟਸ ਆ ਉਹ ਹਵਾ ਦੇ ਵਿੱਚ ਉਡਾਏ ਸੀ ਇਸ ਹਮਲੇ ਤੋਂ ਬਾਅਦ ਦੇ ਵਿੱਚ। ਸੋ ਪੋਲੈਂਡ US ਨਾਟੋ ਦੇ ਜਿਹੜੇ ਇਹ ਮੈਂਬਰ ਨੇ ਮਿਊਚੁਅਲ ਡਿਫੈਂਸ ਪੈਕਟ ਹੈਗਾ ਆ ਵਰਲਡ ਵਾਰ 2 ਤੋਂ ਬਾਅਦ ਚ ਮਾਫੀ ਚਾਹੁੰਦਾ ਮੈਂ ਪਹਿਲੋਂ ਆਰਟੀਕਲ 5 ਕਿਹਾ ਗਿਆ ਸੀ। ਆਰਟੀਕਲ 4 ਜਿਹੜਾ ਆ ਕਹਿੰਦੇ ਵੀ ਇਹਦੇ ਨਾਲ ਟ੍ਰੀਟੀ ਜਿਹੜੀ ਉਹ ਹੁੰਦੀ ਆ ਵੀ ਕੰਸਲਟੇਸ਼ਨਸ ਨਾਲ ਦੇ ਨਾਲ ਜਿਹੜੀਆਂ ਉਹ ਹੋਣਗੀਆਂ। ਨਾਟੋ ਦੇ ਜਿਹੜੇ ਜਨਰਲ ਸਕੱਤਰ ਨੇ ਮਾਰਕ ਰਟ ਉਹਨਾਂ ਨੇ ਕਿਹਾ ਵੀ ਇਹ ਬਹੁਤ ਇੱਕ ਰੈਕਲੈਸ ਬਿਹੇਵੀਅਰ ਆ ਰਸ਼ੀਆ ਦੇ ਜਿਹੜਾ ਉਹ ਪੱਖ ਤੋਂ। ਸੋ ਦੇਖੋ ਅੱਗੇ ਹੁਣ ਕੀ ਬਣਦਾ। ਪਰ ਪੋਲੈਂਡ ਨੇ ਦਾਅਵਾ ਕੀਤਾ ਵੀ 19 ਡਰੋਨਸ ਦੇ ਨਾਲ ਪੋਲੈਂਡ ਦੇ ਵਿੱਚ ਰਸ਼ੀਆ ਨੇ ਇਨਕਰਜਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਚੋਂ ਉਹਨਾਂ ਨੇ ਜਿਹੜੇ 4-5 ਆ ਉਹ ਰਾਹ ਦੇ ਵਿੱਚ
ਨਸ਼ਟ ਜਿਹੜੇ ਉਹ ਕਰ ਦਿੱਤੇ ਆ ਤੇ ਹੁਣ ਨਾਟੋ ਜਿਹੜਾ ਇਸ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਹੁੰਦਾ ਨਜ਼ਰ ਆ ਰਿਹਾ ਆ। ਇੰਡੀਆ ਯੂਐਸ ਰਿਲੇਸ਼ਨ ਤੇ ਯੂਰਪੀਅਨ ਯੂਨੀਅਨ ਦੀ ਤੁਸੀਂ ਗੱਲਬਾਤ ਕਰ ਰਹੇ ਸੀ ਤੇ ਯੂਰਪੀਅਨ ਯੂਨੀਅਨ ਦੀ ਵੀ ਆਪਾਂ ਗੱਲਬਾਤ ਕਰਦੇ ਜਾਈਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਮੰਗਲਵਾਰ ਨੂੰ ਇੱਕ ਆਪਣਾ ਟਰੂਥ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਭਈ ਸਾਡੀ ਜਿਹੜੀ ਆ ਕਈ ਹਫ਼ਤਿਆਂ ਤੋਂ ਬਾਅਦ ਯੂਐਸ ਇੰਡੀਆ ਦੀਆਂ ਜੋ ਟੈਨਸ਼ਨ ਚੱਲ ਰਹੀਆਂ ਸੀ ਟ੍ਰੇਡ ਵਾਰ ਨੂੰ ਲੈ ਕੇ, ਉਹ ਹੁਣ ਗੱਲਬਾਤ ਜਿਹੜੀ ਆ ਦੁਬਾਰਾ ਕੀ ਸ਼ੁਰੂ ਹੋ ਗਈ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਖੁਸ਼ ਹਾਂ ਵੀ ਇੰਡੀਆ ਤੇ ਯੂਐਸ ਟ੍ਰੇਡ ਨੈਗੋਸ਼ੀਏਸ਼ਨ ਦੁਆਰਾ ਕੀ ਫਿਰ ਹਫ਼ਤਿਆਂ ਬਾਅਦ ਸ਼ੁਰੂ ਕਰ ਰਹੇ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਮੋਦੀ ਵੈਰੀ ਗੁੱਡ ਫਰੈਂਡ ਹੈਗਾ ਆ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਇੱਕ ਦੂਸਰੇ ਨੂੰ ਮਿਲਾਂਗੇ ਵੀ। ਪਿਛਲੇ ਦਿਨਾਂ ਦੇ ਵਿੱਚ 50% ਟੈਰਿਫ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ ਲਾ ਦਿੱਤਾ ਗਿਆ ਸੀ, 25 ਤੋਂ ਵਧਾ ਕੇ 50 ਕਰ ਦਿੱਤਾ ਗਿਆ ਸੀ। ਬਾਕੀ ਪਾਕਿਸਤਾਨ ਦੇ ਨਾਲ ਜਦੋਂ ਲੜਾਈ ਹੋਈ ਆ ਉਹਨੂੰ ਲੈ ਕੇ ਕਾਫੀ ਕਸ਼ਮਕਸ਼ ਚੱਲ ਰਹੀ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਬਾਰ-ਬਾਰ ਇਹ ਕਹਿ ਰਿਹਾ ਸੀ ਕਿ ਹਾਂ ਮੈਂ ਹੀ ਜਿਹੜੀ ਆ ਲੜਾਈ ਜਿਹੜੀ ਆ ਉੱਥੇ ਦੀ ਬੰਦ ਕਰਾਈ ਹੈਗੀ ਆ। ਪਰ ਇੰਡੀਆ ਦੇ ਜਿਹੜਾ ਕੋਈ ਵੀ ਲੀਡਰ ਆ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਮੋਦੀ, ਉਹ ਇਹਦੇ ਬਾਰੇ ਕੋਈ ਬੋਲ ਨਹੀਂ ਰਹੇ ਸੀ। ਪਰ ਦੂਸਰੇ ਪਾਸੇ ਜਿਹੜੇ ਟਰੰਪ ਹੁਣੀ ਯੂਰਪੀਅਨ ਯੂਨੀਅਨ ਨੂੰ ਵੀ ਇਹ ਕਹਿਤਾ ਵੀ ਭਾਈ ਜਿਹੜਾ ਇੰਡੀਆ ਦੇ ਤੇ ਚਾਈਨਾ ਦੇ ਉੱਤੇ 100% ਟੈਰਿਫ ਲਾਓ ਤੁਸੀਂ। ਤੁਸੀਂ ਟੈਰਿਫ ਜਿਹੜਾ ਆ ਘੱਟ ਲਾ ਰਹੇ ਆ ਤਾਂ ਹੀ ਜਿਹੜੀ ਰਸ਼ੀਆ ਦੀ ਲੜਾਈ ਬੰਦ ਹੋ ਸਕਦੀ ਆ। ਵੀ ਇਹ ਜਿਹੜੇ ਮੁਲਕ ਆ ਇਹ ਰਸ਼ੀਆ ਤੋਂ ਤੇਲ ਖਰੀਦ ਰਹੇ ਆ। ਇਸ ਕਰਕੇ 100% ਟੈਰਿਫ ਯੂਰਪੀਅਨ ਯੂਨੀਅਨ ਨੂੰ ਇੰਡੀਆ ਤੇ ਚਾਈਨਾ ਦੇ ਉੱਤੇ ਲਾਣਾ ਚਾਹੀਦਾ ਹੈਗਾ ਆ। ਇਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹਨਾਂ ਨੂੰ ਰਿਕੁਐਸਟ ਕੀਤੀ ਹੈਗੀ ਆ। ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਕਿਹਾ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਫਾਈਨੈਂਸ਼ੀਅਲ ਟਾਈਮਜ਼ ਨੇ ਇਹ ਰਿਪੋਰਟ ਕੀਤਾ ਵੀ ਕਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਜੋ ਆ ਯੂਰਪੀਅਨ ਯੂਨੀਅਨ ਦੇ ਆਫੀਸ਼ੀਅਲਸ ਨੂੰ ਇਹ ਕਿਹਾ ਆ ਵੀ ਜੇ ਰਸ਼ੀਆ ਦੇ ਵਿੱਚ ਜੰਗ ਬੰਦ ਕਰਵਾਉਣੀ ਆ ਤੇ ਇੰਡੀਆ ਦੇ ਉੱਤੇ 100% ਜਿਹੜਾ ਟੈਰਿਫ ਆ ਤੁਸੀਂ ਲਾ ਦਿਓ ਤੇ ਨਾਲ ਜਿਹੜਾ ਚਾਈਨਾ ਦੇ ਉੱਤੇ ਵੀ ਲਾ ਦਿਓ। ਕਹਿੰਦੇ ਵੀ ਦੇਖੋ ਮੈਂ ਵੀ ਲਾਇਆ ਆ ਤੇ ਇਹਦਾ ਰਿਜ਼ਲਟ ਤੁਸੀਂ ਜਿਹੜਾ ਆ ਉਹ ਦੇਖ ਸਕਦੇ ਹੋ। ਯੂਰਪੀਅਨ ਯੂਨੀਅਨ ਦੀ ਜਿਹੜੀ ਬਾਇਲੇਟਰਲ ਟ੍ਰੇਡ ਹੈਗੀ ਆ ਰਸ਼ੀਆ ਦੇ ਨਾਲ 67.5 ਬਿਲੀਅਨ ਯੂਰੋਜ਼ ਆ, ਜੋ ਕਿ 78.1 ਬਿਲੀਅਨ ਡਾਲਰ ਬਣਦੀ ਆ 2024 ਚ ਤੇ ਇਹ 23 ਦੇ ਵਿੱਚ 17.2 ਬਿਲੀਅਨ ਯੂਰੋਜ਼ ਸੀਗੀ। ਸੋ ਇੰਡੀਅਨ ਐਮਬੈਸੀ ਵਾਲੇ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਆ 68.7 ਬਿਲੀਅਨ ਡਾਲਰ ਦੀ ਜਿਹੜੀ ਸਾਡੀ ਟ੍ਰੇਡ ਹੈਗੀ ਆ ਰਸ਼ੀਆ ਦੇ ਨਾਲ, ਜੋ ਕਿ 2025 ਦੇ ਵਿੱਚ ਜਿਹੜੀ ਆ ਕਾਫੀ ਜ਼ਿਆਦਾ ਹਾਇਰ ਆ ਪ੍ਰੀ ਪੈਂਡੈਮਿਕ ਲੈਵਲ ਨਾਲੋਂ। ਪੈਂਡੈਮਿਕ ਤੋਂ ਪਹਿਲਾਂ ਜਦੋਂ ਜੰਗ ਨਹੀਂ ਲੱਗੀ ਸੀ ਸਿਰਫ 10.1 ਬਿਲੀਅਨ ਡਾਲਰ ਦੀ ਟ੍ਰੇਡ ਸੀ ਰਸ਼ੀਆ ਤੇ ਇੰਡੀਆ ਦੇ ਵਿੱਚ, ਜੋ ਕਿ ਹੁਣ ਵੱਧ ਕੇ 68.7 ਬਿਲੀਅਨ ਡਾਲਰ ਹੋ ਗਈ ਹੈਗੀ ਆ। ਸੋ ਇੱਕ ਪਾਸੇ ਇਹ ਕਹਿ ਰਿਹਾ ਵੀ ਹਾਂ ਸਾਡੀ ਗੱਲਬਾਤ ਚੱਲ ਰਹੀ ਆ, ਦੂਜੇ ਪਾਸੇ ਇਹ ਵੀ ਕਹਿ ਰਿਹਾ ਵੀ ਭਾਈ ਮੈਂ ਵੀ ਉਹਨਾਂ ਦੇ ਟੈਰਿਫ ਲਾਤਾ ਤੇ ਤੁਸੀਂ ਵੀ ਜਿਹੜਾ ਆ 100% ਟੈਰਿਫ ਲਾ ਦਿਓ। ਜੀ ਬਿਲਕੁਲ। ਉਧਰ ਪੀਟਰ ਨਵਾਰੋ ਨੇ ਕੱਲ ਐਕਸ ਦੇ ਉੱਤੇ ਜਿਹੜਾ ਫੇਰ ਪੋਸਟ ਕੀਤਾ ਵੀ ਇੰਡੀਆ ਮਹਾਰਾਜਾ ਆਫ ਟੈਰਿਫਸ ਜਿਹੜਾ ਉਹ ਹੈਗਾ ਆ, ਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਐਕਸ ਦੇ ਉੱਤੇ ਕਮਿਊਨਿਟੀ ਨੋਟਸ ਦੇ ਵਿੱਚ ਜਿਹੜੇ ਫੈਕਟ ਆ ਉਹਨਾਂ ਨੂੰ ਲੁਕਾਉਣ ਦੀ ਜਿਹੜੀ ਕੋਸ਼ਿਸ਼ ਆ ਇੰਡੀਆ ਦੇ ਕੀਬੋਰਡ ਮਿਨੀਅਨਸ ਜਿਹੜੇ ਉਹ ਕਰ ਰਹੇ ਆ। ਸੋ ਪੀਟਰ ਨਵਾਰੋ ਜਿਹੜੇ ਟ੍ਰੇਡ ਦੇ ਇਸ ਟਾਈਮ ਮੇਨ ਬੰਦੇ ਨੇ ਟਰੰਪ ਹੁਣਾਂ ਦੇ ਵੱਲੋਂ ਵੱਖ-ਵੱਖ ਮੁਲਕਾਂ ਦੇ ਨਾਲ ਟ੍ਰੇਡ ਡੀਲਸ ਜਿਹੜੀਆਂ ਉਹ ਬਣਾ ਰਹੇ ਆ, ਉਹਨਾਂ ਨੇ ਜਿਹੜੇ ਹੁਣ ਕਈ ਜਿਹੜੇ ਫੈਕਟ ਆ ਉਹ ਪੋਸਟ ਕੀਤੇ ਆ। ਕਹਿੰਦੇ ਵੀ ਇੰਡੀਆ ਦੇ ਜਿਹੜੇ ਸਕਾਈ ਹਾਈ ਟੈਰਿਫ ਆ ਉਹਦੇ ਕਰਕੇ ਯੂਐਸ ਦੀਆਂ ਜੌਬਸ ਦੇ ਉੱਤੇ ਅਸਰ ਪੈਂਦਾ ਆ। ਇੰਡੀਆ ਜਿਹੜਾ ਰਸ਼ੀਅਨ ਆਇਲ ਆ ਸਿਰਫ ਪ੍ਰੋਫਿਟ ਦੇ ਲਈ ਉਹ ਬਾਏ ਕਰ ਰਿਹਾ ਆ, ਤੇ ਜਿਹਦੇ ਨਾਲ ਪੁਤਿਨ ਦੀ ਜਿਹੜੀ ਵਾਰ ਮਸ਼ੀਨ ਆ ਉਸ ਨੂੰ ਤੇਲ ਜਿਹੜਾ ਉਹ ਮਿਲਦਾ ਆ ਤੇ ਉਹ ਅੱਗੇ ਤੋਂ ਅੱਗੇ ਵੱਧ ਰਹੇ ਆ। ਸੋ ਆਰਟੀਕਲਸ ਉਹਨਾਂ ਨੇ ਕਈ ਜਿਹੜੇ ਉਹ ਪੇਸ਼ ਕੀਤੇ। ਕਹਿੰਦੇ ਵੀ ਰਸ਼ੀਆ ਤੋਂ 2024 ਦੇ ਵਿੱਚ ਜਿਹੜਾ ਇੰਪੋਰਟ ਆ ਇੰਡੀਆ ਦੇ ਇੰਪੋਰਟ ਰਸ਼ੀਆ ਤੋਂ 67 ਬਿਲੀਅਨ ਡਾਲਰ ਦੇ ਸੀਗੇ, ਜਿਨ੍ਹਾਂ ਚੋਂ 53 ਬਿਲੀਅਨ ਕੱਚਾ ਤੇਲ ਜਿਹੜਾ ਉਹ ਸੀਗਾ। ਇਸ ਤੋਂ ਪਹਿਲਾਂ ਜਿਹੜੇ ਆ ਯੂਕਰੇਨ ਰਸ਼ੀਆ ਤੋਂ ਜਿਹੜੇ ਟੋਟਲ ਆ ਯੂਕਰੇਨ ਵਾਰ ਤੋਂ ਪਹਿਲਾਂ ਸਿਰਫ 8.7 ਬਿਲੀਅਨ ਸੀਗੇ। ਕਹਿੰਦੇ ਵੀ 8 ਗੁਣਾ ਇਸ ਦੇ ਵਿੱਚ ਇਹਨਾਂ ਦਾ ਵਾਧਾ ਜਿਹੜਾ ਉਹ ਹੋਇਆ ਹੈਗਾ ਆ। ਸੋ ਜੌਬਸ ਨੂੰ ਕਹਿੰਦੇ ਵੀ ਅਸਰ ਜਿਹੜਾ ਉਹ ਪੈ ਰਿਹਾ ਹੈਗਾ ਆ, ਤੇ ਯੂਐਸ ਦੇ ਨਾਲ ਟ੍ਰੇਡ ਡੈਫਿਸਿਟ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇੰਡੀਆ ਦੇ ਕਹਿੰਦੇ ਵੀ ਜਿਹੜੇ ਪ੍ਰੋਪਾਗੈਂਡਿਸਟ ਹੈਗੇ ਆ ਗਵਰਨਮੈਂਟ ਦੇ ਜਿਹੜੇ ਮਾਸਟਰਸ ਆ ਉਹ ਇਸ ਟਾਈਮ ਤੜਫ ਤਾਂ ਜਿਹੜੇ ਉਹ ਰਹੇ ਆ, ਪਰ ਕਹਿੰਦੇ ਵੀ ਸੱਚ ਲੁਕਦਾ ਨਹੀਂ ਆ, ਇਸ ਨੂੰ ਜਿਹੜਾ ਉਹ ਤੁਸੀਂ ਰੋਕ ਨਹੀਂ ਸਕਦੇ। ਉਹਨਾਂ ਨੇ ਸਿੱਧਾ ਕਿਹਾ ਵੀ ਰੋਡ ਟੂ ਪੀਸ ਇਨ ਯੂਕਰੇਨ ਰਨਸ ਥਰੂ ਨਿਊ ਦਿੱਲੀ।
ਵੀ ਦਿੱਲੀ ਦੇ ਵਿੱਚੋਂ ਹੋ ਕੇ ਸ਼ਾਂਤੀ ਜਿਹੜੀ ਨਿਕਲਣੀ ਹੈ ਯੂਕਰੇਨ ਦੇ ਵਿੱਚ। ਸੋ ਇਹ ਜਿਹੜਾ ਉਹਨਾਂ ਨੇ ਪੀਟਰ ਨਵਾਰੋ ਹੁਣਾਂ ਨੇ ਆਪਣਾ ਜਿਹੜਾ ਇਹ ਪੋਸਟ ਕੀਤਾ ਆ। ਉਧਰ ਟਰੰਪ ਹੁਣਾਂ ਨੇ ਵੀ ਉਦਾਂ ਇਹ ਪੋਸਟ ਜਿਹੜੀ ਹਰਜੋਤ ਸਿੰਘ ਜੀ ਕੀਤੀ ਆ, ਕਹਿੰਦੇ ਵੀ ਅਮਰੀਕਾ ਤੇ ਨਾਲ ਦੇ ਨਾਲ ਜਿਹੜਾ ਇੰਡੀਆ ਆ ਉਹ ਗੱਲਬਾਤ ਜਿਹੜੀ ਉਹ ਕਰ ਰਿਹਾ। ਸੋ ਪੀਟਰ ਨਵਾਰੋ ਨੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖੀਆਂ, ਇੱਕ ਨਹੀਂ ਦੋ ਨਹੀਂ, ਉਹਨਾਂ ਨੇ ਕੱਲ ਕਿੰਨੇ ਹੀ ਜ਼ਿਆਦਾ ਜਿਹੜੇ ਐਕਸ ਦੇ ਉੱਤੇ ਪੋਸਟ ਕੀਤਾ ਆ। ਤੇ ਇਹ ਲਾਈਨ ਬੜੀ ਮਾਇਨੇ ਖੇਜ਼ ਆ ਵੀ ਰੋਡ ਟੂ ਪੀਸ ਇਨ ਯੂਕਰੇਨ ਰਨਸ ਥਰੂ ਨਿਊ ਦਿੱਲੀ, ਵੀ ਨਵੀਂ ਦਿੱਲੀ ਦੇ ਵਿੱਚੋਂ ਦੀ ਹੋ ਕੇ ਰਾਹ ਲੰਘਦਾ ਆ ਜਿਹੜਾ ਯੂਕਰੇਨ ਦੇ ਵਿੱਚ ਸ਼ਾਂਤੀ ਦਾ, ਪੀਸ ਡੀਲ ਦਾ। ਸੋ ਇੱਥੋਂ ਇਹ ਲੱਗਦਾ ਹੈ ਵੀ ਇਸ ਟਾਈਮ ਦਿੱਲੀ ਦੀ ਧੌਣ ਜਿਹੜੀ ਆ ਹੋਰ ਜ਼ਿਆਦਾ ਮਰੋੜੀ ਜਿਹੜੀ ਉਹ ਜਾ ਸਕਦੀ ਹੈਗੀ ਆ। ਸੋ ਪਾਥ ਟੂ ਪੀਸ ਥਰੂ ਦਿੱਲੀ ਥਰੂ ਮੋਦੀ ਜਿਹੜਾ ਉਹ ਹੋਊਗਾ। ਇਹਦੇ ਵਿੱਚੋਂ ਦੇਖਣਾ ਵੀ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਇਸ ਟਾਈਮ ਉੱਥੇ ਸਿਚੁਏਸ਼ਨ ਪੀਟਰ ਨਵਾਰੋ ਦੇ ਉਲਟ ਕਾਫੀ ਜ਼ਿਆਦਾ ਆਪਾਂ ਨੂੰ ਪਤਾ ਹੀ ਆ ਵੀ ਜਿਸ ਤਰੀਕੇ ਦੀਆਂ ਸਰਗਰਮੀਆਂ ਉੱਥੇ ਤੇ ਜਿਸ ਤਰੀਕੇ ਦਾ ਮੀਡੀਆ ਉੱਥੇ ਹੈਗਾ ਆ ਵੀ ਉਹ ਕਿੱਦਾਂ ਜਿਹੜਾ ਉਹ ਕਰਦਾ ਆ। ਸੋ ਇਹ ਹੁਣ ਦੇਖਦੇ ਆ ਕੀ ਹੁੰਦਾ ਹੈ। ਪਰ ਪੀਟਰ ਨਵਾਰੋ ਬਾਰ-ਬਾਰ ਕਲੀਅਰਲੀ ਜਿਹੜਾ ਉਹ ਦੱਸ ਰਹੇ ਆ ਵੀ ਭਾਈ ਅਮਰੀਕਾ ਦੇ ਨਾਲ ਟੈਰਿਫ ਦਾ ਜਿਹੜਾ ਇਹ ਰੌਲਾ ਰੱਪਾ ਇਹਨਾਂ ਦਾ ਚੱਲ ਰਿਹਾ ਆ, ਹਾਲ ਦੀ ਘੜੀ ਅਜੇ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈਗਾ। ਇਜ਼ਰਾਈਲ ਨੇ ਇਹ ਕਿਹਾ ਵੀ ਅਗਲੀ ਵਾਰੀ ਅਸੀਂ ਜਦੋਂ ਹੁਣ ਅਟੈਕ ਕਰਾਂਗੇ ਉਹ ਹਮਾਸ ਦੇ ਲੀਡਰਸ ਨੂੰ ਨਹੀਂ ਛੱਡਾਂਗੇ। ਪਿਛਲੇ ਦਿਨਾਂ ਦੇ ਵਿੱਚ ਦੋਹਾ ਕਤਰ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਅਟੈਕ ਕੀਤਾ ਸੀ ਤੇ ਜੋ ਹਮਾਸ ਦੇ ਲੀਡਰਸ ਆ ਉਹ ਬਚ ਗਏ ਸੀ, ਪਰ ਇੱਕ ਲੀਡਰ ਦਾ ਮੁੰਡਾ ਤੇ ਇੱਕ ਸਿਕਿਉਰਿਟੀ ਗਾਰਡ ਤੇ ਹੋਰ 5 ਜਾਣੇ ਟੋਟਲ ਉੱਥੇ ਮਾਰੇ ਗਏ ਸੀ। ਦੂਸਰੇ ਪਾਸੇ ਅੱਜ BBC ਨੇ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਛਾਪੀ ਆ ਵੀ ਕਿਸ ਤਰ੍ਹਾਂ ਜਿਹੜੇ ਐਂਟੀ ਇਸਲਾਮਿਕ US ਬਾਈਕਰ ਗੈਂਗ ਮੈਂਬਰਸ ਆ ਉਹ ਸਿਕਿਉਰਿਟੀ ਨੂੰ ਰਨ ਕਰ ਰਹੇ ਆ ਗਾਜ਼ਾ ਏਡ ਸਾਈਟਸ। ਗਾਜ਼ਾ ਦੇ ਵਿੱਚ ਜਿਹੜੀਆਂ ਏਡ ਸਾਈਟਸ ਆ ਜਿੱਥੇ ਲੋਕ ਟੈਂਟਾਂ 'ਚ ਰਹਿ ਰਹੇ ਆ, ਜਿਨ੍ਹਾਂ ਨੂੰ ਫੂਡ ਦੀ ਸਪੋਰਟ ਕੀਤੀ ਜਾਂਦੀ ਆ, ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਉੱਥੇ ਫੂਡ ਭੇਜ ਰਹੀ ਆ, ਉਹਨਾਂ ਸਾਈਟਸ ਨੂੰ ਉਹਨਾਂ ਦੀ ਸਿਕਿਉਰਿਟੀ ਦੇ ਲਈ ਜਿਹੜੇ ਆ US ਦੇ ਬਾਈਕਰ ਗੈਂਗ ਜਿਹੜੇ ਆ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਹੈਗਾ। ਇਨਫਿਡਲਸ ਮੋਟਰਸਾਈਕਲ ਕਲੱਬ ਜੋ ਗਾਜ਼ਾ ਦੇ ਵਿੱਚ ਵਰਕ ਕਰਦੇ ਆ, ਇਹ ਕੰਪਨੀਆਂ UZ ਸੋਲੂਸ਼ਨਸ ਕਰਕੇ ਉਹਦੇ ਲਈ ਇਹ ਕੰਮ ਕਰਦੇ ਆ। ਸੋ ਗਾਜ਼ਾ ਹਿਊਮਨਿਟੇਰੀਅਨ ਫਾਊਂਡੇਸ਼ਨ ਨੇ ਇਹ ਕਿਹਾ ਵੀ ਸਾਡੀ ਤਾਂ ਉੱਥੇ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ, ਪਰ ਜਿਹੜੇ ਇਨਫਿਡਲਸ MC ਜਿਹੜੇ ਸੈਟਅਪ ਕੀਤੇ ਗਏ ਆ, ਕਹਿੰਦੇ ਵੀ US ਮਿਲਟਰੀ ਵੈਟਰਨ ਇੱਕ ਇਰਾਕ ਵਾਰ ਦਾ 2006 ਦਾ ਆ, ਉਹ ਤੇ ਜੇ ਉਹਨਾਂ ਦੇ ਤੁਸੀਂ ਫੇਸਬੁੱਕ ਜਾਂ ਵੈਬਸਾਈਟ ਤੇ ਜਾ ਕੇ ਦੇਖੋ ਤੇ ਉਹ ਇਸਲਾਮ ਦੇ ਉਲਟ ਬਹੁਤ ਭੱਦੀ ਸ਼ਬਦਾਵਲੀ ਵਰਤਦੇ ਰਹਿੰਦੇ ਆ। ਈਵਨ ਕਈ ਵਾਰੀ ਜਿਹੜੇ ਆਪਾਂ ਉਹ ਸ਼ਬਦ ਨਹੀਂ ਵਰਤਣੇ ਚਾਹੁੰਦੇ ਰੇਡੀਓ ਤੇ, ਕਿਸ ਤਰ੍ਹਾਂ ਉਹ ਜਿਹੜਾ ਜੋ ਉਹਨਾਂ ਦੇ ਧਰਮ ਨੂੰ ਜਿਹੜੇ ਜਾਨਵਰ ਨੂੰ ਬਹੁਤ ਪਵਿੱਤਰ ਸਮਝਦੇ ਆ ਉਹਨੂੰ ਰੋਸਟ ਕੀਤੇ ਹੋਏ ਦੀਆਂ ਫੋਟੋਆਂ ਉਹ ਪਾਉਂਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਐਡਵਰਡ ਅਹਿਮਦ ਮਿਸ਼ਲ ਡਿਪਟੀ ਡਾਇਰੈਕਟਰ ਹੈਗੇ ਆ ਕਾਉਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਦੇ, ਇੱਕ ਮੁਸਲਿਮ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਆ, ਉਹ ਕਹਿੰਦੇ ਵੀ ਇਹ ਤਾਂ ਇਦਾਂ ਹੋਇਆ ਵੀ ਜਿਹੜੇ ਤੁਸੀਂ ਇਨਫਿਡਲ ਬਾਈਕਰ ਕਲੱਬ ਵਾਲੇ ਹਿਊਮਨਟੇਰੀਅਨ ਏਡ ਦੇ ਲਈ ਗਾਜ਼ਾ 'ਚ ਜਿਹੜੇ ਇੰਚਾਰਜ ਬਣਾਏ ਹੋਏ ਆ, ਇਹ ਤਾਂ ਇੱਕ ਐਗਜ਼ਾਮਪਲ ਇਦਾਂ ਆ ਵੀ KKK ਜਿਹੜੇ ਕੂ ਕਲਕਸ ਕਲਾਨ ਵਾਲੇ ਉਹਨਾਂ ਨੂੰ ਹਿਊਮਨਟੇਰੀਅਨ ਏਡ ਦੇ ਲਈ ਸੁਡਾਨ ਦੇ ਵਿੱਚ ਇੰਚਾਰਜ ਬਣਾਇਆ ਹੋਵੇ। ਇਹ ਤਾਂ ਇੱਕ ਤਰ੍ਹਾਂ ਦੇ ਨਾਲ ਕੋਈ ਸੈਂਸ ਬਣਦੀ ਨਹੀਂ ਹੈਗੀ। ਇੱਕ ਗੈਂਗ ਦਾ ਲੀਡਰ ਜੌਨ ਟਾਜ਼ ਮਫਰਡ ਕਰਕੇ ਆ, ਉਹ ਪਹਿਲਾਂ ਸਰਜੈਂਟ ਵੀ ਰਿਹਾ ਆਰਮੀ ਦੇ ਵਿੱਚ ਤੇ ਹੁਣ ਉਹ ਇਸ ਦਾ ਮੈਂਬਰ ਆ ਤੇ ਉਹ ਸਿਕਿਉਰਿਟੀ ਦਾ ਜਿਹੜਾ ਉੱਥੇ ਹੈੱਡ ਬਣਾਇਆ ਹੋਇਆ ਹੈਗਾ। ਹੋਰ ਵੀ ਕਈ ਸਾਰਿਆਂ ਦੇ ਜਿਹੜੇ ਨਾਂ ਉਹਨਾਂ ਨੇ ਫੋਟੋਆਂ ਛਾਪੀਆਂ ਵੀ ਕਿਸ ਤਰ੍ਹਾਂ ਜਿਹੜੇ ਇਸ ਜਿਹੜਾ ਮੋਟਰਸਾਈਕਲ ਕਲੱਬ ਹੈਗਾ ਇਹਨਾਂ ਨੂੰ ਉਸ ਸਿਕਿਉਰਿਟੀ ਦੇ ਲਈ ਉੱਥੇ ਲਾਇਆ ਗਿਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਦੇ ਵੱਲ ਵੱਧਦੇ ਆ। ਇਹ ਜਿਹੜੀ ਖਬਰ ਆ ਇਸ ਟਾਈਮ ਆ ਰਹੀ ਆ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ। ਡੇਵਿਸ ਦਾ ਰਹਿਣ ਵਾਲਾ ਪਰਮਪ੍ਰੀਤ ਸਿੰਘ 59 ਸਾਲ ਜਿਨ੍ਹਾਂ ਦੀ ਉਮਰ ਆ, ਆਈ ਥਿੰਕ ਪਰਮ ਜਿਹੜੇ ਆ ਉਹਨਾਂ ਨੇ ਆਪਣੇ ਉੱਤੇ ਲੱਗੇ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਹੈਗਾ ਆ। conspiracy to distribute, to possess with intent to distribute cocaine, heroin, opium, ketamine, ਇਸ ਦੇ ਜਿਹੜੇ ਦੋਸ਼ ਆ ਉਹਨੇ ਆਪਣੇ ਆਪ ਕਬੂਲ ਲਏ ਹੈਗੇ ਆ। US ਦੇ ਜਿਹੜੇ ਅਟਰਨੀ ਐਰਿਕ ਗ੍ਰਾਂਟ ਉਹਨਾਂ ਨੇ ਇਹ ਜਿਹੜੀ ਆ
ਜਾਣਕਾਰੀ ਆ ਉਹ ਜਨਤਕ ਕੀਤੀ ਹੈਗੀ ਆ। ਸੋ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਕੌਂਸਪੀਰੇਸੀ ਜਿਹੜੀ ਆ ਉਸ ਦੀ ਇਸ ਨੇ ਪ੍ਰੋੜਤਾ ਕੀਤੀ। ਕਹਿੰਦੇ ਵੀ US ਦੇ ਵਿੱਚ, ਕੈਨੇਡਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇਸ ਦੇ ਵੇਚਣ ਦੇ ਜਿਹੜੇ ਉਹ ਨਾਮ ਸੀਗੇ। ਅਦਾਲਤੀ ਦਸਤਾਵੇਜ਼ ਦੱਸਦੇ ਨੇ ਪਰਮਪ੍ਰੀਤ ਸਿੰਘ ਜਿਹਦਾ ਛੋਟਾ ਨਾਮ ਡੱਡੀ ਵੀ ਕਹਿੰਦੇ ਆ ਨਾਲ, ਜਿਹੜੇ ਉਹਦੇ ਤੇ ਉਹਦੇ ਜਿਹੜੇ ਕੌਂਸਪੀਰੇਟਰ ਨੇ, ਉਹਦੇ ਡਿਫੈਂਡੈਂਟ ਅਮਨਦੀਪ ਮੁਲਤਾਨੀ 37 ਸਾਲਾਂ ਦਾ ਰੋਜ਼ਵਿਲ ਦਾ, ਤੇ ਰਣਵੀਰ ਸਿੰਘ 42 ਸਾਲਾ ਸੈਕਰਾਮੈਂਟੋ ਦਾ। ਕਹਿੰਦੇ ਵੀ ਇਹਨਾਂ ਨੇ ਕੋਆਰਡੀਨੇਟ ਕੀਤਾ ਕੋਕੇਨ, ਹੈਰੋਇਨ, ਓਪੀਅਮ, ਕੈਟਾਮਿਨ ਡੀਲਸ ਕੈਨੇਡਾ ਦੇ ਵਿੱਚ। ਇਹਨਾਂ ਨੇ ਕੋਆਰਡੀਨੇਟ ਕੀਤੀਆਂ ਕੈਲੀਫੋਰਨੀਆ ਦੇ ਵਿੱਚ ਇਨਕ੍ਰਿਪਟਡ ਸੈਲਫੋਨ ਐਪਲੀਕੇਸ਼ਨਸ ਦੀ ਵਰਤੋਂ ਕਰਦੇ ਹੋਏ। ਪਰਮਪ੍ਰੀਤ ਸਿੰਘ ਕਹਿੰਦੇ ਵੀ ਲੀਡਰ ਤੇ ਆਰਗੇਨਾਈਜ਼ਰ ਸੀਗਾ ਇਸ ਪੂਰੀ ਕੌਂਸਪੀਰੇਸੀ ਦਾ। ਤੇ ਕਹਿੰਦੇ ਵੀ ਅਕਤੂਬਰ 2020 ਤੋਂ ਅਪ੍ਰੈਲ 2021 ਦੇ ਦਰਮਿਆਨ ਇਹਨਾਂ ਨੇ ਅੰਡਰ ਕਵਰ ਆਫੀਸਰਸ ਨੂੰ ਜਿਹੜੀਆਂ ਉਹ ਸੇਲਸ ਕੀਤੀਆਂ। ਇਸ ਸੇਲ ਦੇ ਵਿੱਚ, ਇਸ ਡੀਲ 'ਚ 10 ਕਿਲੋ ਇਹਨਾਂ ਨੇ ਕੋਕੇਨ ਵੇਚੀ, 1.5 ਕਿਲੋ ਜਿਹੜੀ ਅਫੀਮ ਵੇਚੀ, 2 ਕਿਲੋ ਕੈਟਾਮਿਨ ਵੇਚੀ, ਤੇ ਕਈ ਜਿਹੜੇ ਸੈਂਪਲ ਹੈਰੋਇਨ ਦੇ ਵੇਚੇ। $6,37,000 ਤੇ $600 ਦੇ ਜਿਹੜੇ ਕੁੱਲ ਜਿਹੜੀ ਲਾਗਤ ਦੇ ਇਹਨਾਂ ਨੇ ਨਸ਼ੀਲੇ ਪਦਾਰਥ ਅੰਡਰ ਕਵਰ ਆਫਿਸਰਸ ਨੂੰ ਜਿਹੜੇ ਉਹ ਵੇਚੇ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਉਹ ਫੜੇ ਗਏ ਕੈਨੇਡੀਅਨ ਡਾਲਰ ਸੀਗੇ ਤੇ $75,190 ਦੇ US ਡਾਲਰ ਦੇ। ਕਹਿੰਦੇ ਕੈਨੇਡਾ ਤੇ ਸੈਕਰਾਮੈਂਟੋ ਦੇ ਵਿੱਚ ਇਹ ਡੀਲ ਜਿਹੜੀਆਂ ਹੋਈਆਂ। ਇਹਨੇ ਪਲੀ ਐਗਰੀਮੈਂਟ ਜਿਹੜਾ ਪਰਮਪ੍ਰੀਤ ਸਿੰਘ ਨੇ ਜਿਹੜਾ ਕੀਤਾ ਆ, ਕਹਿੰਦਾ ਵੀ $2 ਮਿਲੀਅਨ ਫੋਰਫਿਟ ਕਰਨਗੇ, ਐਗਰੀ ਕੀਤਾ ਆ, ਮੰਨ ਗਏ ਆ ਵੀ $2 ਮਿਲੀਅਨ ਜਿਹੜਾ US ਨੂੰ ਜਿਹੜਾ ਆ ਉਹ ਦੇਣਗੇ। ਤੇ ਹੁਣ ਨਵੰਬਰ ਦੇ ਵਿੱਚ 18 ਨਵੰਬਰ ਨੂੰ ਇਸ ਦੀ ਸੈਂਟੈਂਸਿੰਗ ਜਿਹੜੀ ਆ ਉਹ ਹੋਣ ਜਾ ਰਹੀ ਆ। ਸੋ ਮੁਲਤਾਨੀ ਨੇ ਆਲਰੇਡੀ 13 ਦਸੰਬਰ 2022 ਨੂੰ, ਜਿਹੜਾ ਅਮਨਦੀਪ ਮੁਲਤਾਨੀ ਆ 37 ਸਾਲਾਂ ਦਾ ਰੋਜ਼ਵਿਲ ਦਾ, ਉਹਨੇ ਦੋਸ਼ ਜਿਹੜੇ ਉਹ ਕਬੂਲ ਲਏ ਸੀਗੇ। ਉਸ ਨੂੰ 18 ਨਵੰਬਰ ਨੂੰ ਜਿਹੜੀ ਉਹ ਸਜ਼ਾ ਹੋਣੀ ਆ। ਤੇ ਇਨਫੈਕਟ ਜਿਹੜਾ ਪਰਮਪ੍ਰੀਤ ਆ ਉਸ ਨੂੰ ਜਿਹੜਾ ਸੈਂਟੈਂਸ ਹੋਣੀ ਆ ਜੱਜ ਜੌਨ ਮੈਂਡਜ਼ ਦੇ ਅਦਾਲਤ ਦੇ ਵਿੱਚ 27 ਜਨਵਰੀ 2026 ਨੂੰ। ਤੇ ਇਹਨਾਂ ਦੋਸ਼ਾਂ ਦੇ ਚੱਲਦਿਆਂ ਜਿਹੜੇ ਪ੍ਰੋਸੀਕਿਊਟਰਸ ਆ ਮੈਕਸਿਮਮ ਲਾਈਫ ਇਨ ਪ੍ਰਿਜ਼ਨ ਤੇ $10 ਮਿਲੀਅਨ ਦਾ ਜੁਰਮਾਨਾ ਪਰਮਪ੍ਰੀਤ ਸਿੰਘ ਡੱਡੀ ਨੂੰ ਇਸ ਦੇ ਵਿੱਚ ਹੋ ਸਕਦਾ ਆ। ਪਰ ਕਿਉਂਕਿ ਇਹਨੇ ਹੁਣ ਨਾਲ ਪਲੀ ਡੀਲ ਕੀਤੀ ਆ, ਹੋ ਸਕਦਾ ਵੀ ਇਹ ਜਿਹੜੀ ਸਜ਼ਾ ਆ ਉਹ ਇਸ ਦੇ ਨਾਲੋਂ ਇਸ ਨੂੰ ਘੱਟ ਜਿਹੜੀ ਉਹ ਹੋਵੇ। ਆਪਰੇਸ਼ਨ ਟੇਕ ਬੈਕ ਅਮਰੀਕਾ ਕੈਲੀਫੋਰਨੀਆ ਹੋਮਲੈਂਡ ਸਿਕਿਉਰਿਟੀ ਟਾਸਕ ਫੋਰਸ ਦਾ ਇੱਕ ਹਿੱਸਾ ਸੀਗਾ। ਉਸ ਦੇ ਅੰਦਰ ਇਸ ਨੂੰ ਇਨਵੈਸਟੀਗੇਟ ਤੇ ਪ੍ਰੋਸੀਕਿਊਟ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਤੇ ਜਿਹੜੀਆਂ HSTF ਆ, ਇਹ ਟਰੰਪ ਹੁਣਾਂ ਦੇ ਜਿਹੜੇ ਐਗਜ਼ੈਕਟਿਵ ਆਰਡਰ 14,159 14159 ਉਸ ਦੇ ਤਹਿਤ ਐਸਟੈਬਲਿਸ਼ ਜਿਹੜੀਆਂ ਉਹ ਕੀਤੀਆਂ ਗਈਆਂ ਸੀ। ਕਹਿੰਦੇ ਵੀ ਅਮਰੀਕਨ ਲੋਕਾਂ ਨੂੰ ਇਨਵੇਜਨ ਤੋਂ ਜਿਹੜਾ ਉਹ ਬਚਾਉਣਾ, ਜੁਆਇੰਟ ਆਪਰੇਸ਼ਨ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਤਹਿਤ ਇਹ ਕੀਤੇ ਗਏ ਆ। ਸੋ ਕਾਫੀ ਇੱਕ ਹਰਜੋਤ ਸਿੰਘ ਜੀ ਜਾਣਿਆ ਪਛਾਣਿਆ ਨਾਮ ਸੀਗਾ। ਤੇ ਜਦੋਂ ਇਹ ਖਬਰ ਆਈ ਵੀ ਸੀਗੀ ਤੇ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਸੀਗੀਆਂ, ਬੇਲ ਤੇ ਵੀ ਬਾਹਰ ਸੀਗੇ, ਆਮ ਵੀ ਜਿਹੜੇ ਉਹ ਦੇਖੇ ਜਾਂਦੇ ਰਹੇ ਆ। ਪਰ ਹੁਣ ਜਿਹੜੇ ਆ US ਅਟਰਨੀ ਆਫਿਸ, ਜਿਹੜੇ US ਅਟਰਨੀ ਐਰਿਕ ਗ੍ਰਾਂਟ, ਉਹਨਾਂ ਨੇ ਅਨਾਉਂਸ ਕੀਤਾ ਵੀ ਇਹਨਾਂ ਨੇ ਆਪਣੇ ਜਿਹੜੇ ਦੋਸ਼ ਆ ਪਰਮਪ੍ਰੀਤ ਸਿੰਘ ਡੱਡੀ ਤੇ ਉਹਨਾਂ ਦੇ ਜਿਹੜੇ ਨਾਲ ਕੁਝ ਹੋਰ ਜਿਹੜੇ ਸਾਥੀ ਆ, ਮੇਨ ਤੌਰ ਦੇ ਉੱਤੇ ਪਰਮਪ੍ਰੀਤ ਸਿੰਘ ਨੇ ਉਸ ਦੇ ਜਿਹੜੇ ਕੌਂਸਪੀਰੇਸੀ ਤੇ ਡਿਸਟ੍ਰੀਬਿਊਟ ਕਰਨ ਦੇ ਜਿਹੜੇ ਨਸ਼ੀਲੇ ਪਦਾਰਥ ਆ, ਡਰੱਗ ਆ, ਉਸ ਦੇ ਦੋਸ਼ਾਂ ਨੂੰ ਆਪ ਕਬੂਲ ਲਿਆ ਹੈਗਾ। ਕੈਲੀਫੋਰਨੀਆ ਦੇ ਡੇਵਿਸ ਸ਼ਹਿਰ ਦੇ ਰਹਿਣ ਵਾਲੇ ਪਰਮਪ੍ਰੀਤ ਸਿੰਘ ਕੋਲੋਂ ਨੂੰ ਕੋਕੇਨ, ਹੈਰੋਇਨ, ਅਫੀਮ ਤੇ ਕੈਟਾਮਾਈਨ ਇਹਦੇ ਨਾਲ ਤਸਕਰੀ ਨਾਲ ਸੰਬੰਧਿਤ ਜਿਹੜੇ ਦੋਸ਼ ਆ ਉਹ ਕਬੂਲੇ ਹੈਗੇ ਆ। ਅਕਤੂਬਰ 2022 ਤੋਂ ਲੈ ਕੇ ਅਪ੍ਰੈਲ 2021 ਤਾਈਂ ਅਮਰੀਕਾ ਦੇ ਜਿਹੜੇ ਗੁਪਤ ਏਜੰਟ ਸੀ ਉਹਨਾਂ ਨਾਲ 10 ਕਿਲੋ ਕੋਕੇਨ, 1.5 ਕਿਲੋ ਅਫੀਮ, 2 ਕਿਲੋ ਕੈਟਾਮੀਨ ਤੇ ਕਈ ਹੋਰ ਹੈਰੋਇਨ ਦੇ ਜਿਹੜੇ ਸੈਂਪਲਸ ਆ ਉਹ ਵੇਚਣ ਤੇ ਕੈਨੇਡਾ ਤੇ ਕੈਲੀਫੋਰਨੀਆ ਦੇ ਵਿੱਚ ਗੱਲਬਾਤ ਹੋਈ ਸੀਗੀ। ਇਹ ਕੇਸ ਦੇ ਵਿੱਚ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਪੂਰੀ ਜਾਂਚ ਕੀਤੀ ਸੀ, ਜਿਹਦੇ ਵਿੱਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਕੈਨੇਡਾ ਦੀ ਯਾਰਕ ਰੀਜਨਲ ਪੁਲਿਸ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਪਲੇਸਰ ਕਾਉਂਟੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਜਿਹੜੀ ਆ ਹੈਲਪ ਕੀਤੀ ਸੀ। ਇਸ ਮਾਮਲੇ 'ਚ ਕੈਨੇਡਾ 'ਚ ਵੀ ਕਈ ਗ੍ਰਿਫਤਾਰੀਆਂ ਆਲਰੇਡੀ ਹੋ ਚੁੱਕੀਆਂ ਹੈਗੀਆਂ ਆ। ਸੋ ਮੁਲਤਾਨੀ ਨੇ 13 ਦਸੰਬਰ 2022 ਨੂੰ ਦੋਸ਼ ਜਿਹੜਾ ਹੈ ਕਬੂਲ ਕਰ ਲਿਆ ਸੀ ਤੇ ਉਹਨੂੰ 18 ਨਵੰਬਰ 2025 ਨੂੰ ਸਜ਼ਾ ਸੁਣਾਈ ਜਾਣੀ ਆ। ਰਣਵੀਰ ਸਿੰਘ ਦਾ ਜੂਰੀ ਟਰਾਇਲ ਹੋਣਾ ਹੈਗਾ 6 ਅਕਤੂਬਰ 2025 ਨੂੰ
ਤੇ ਹਜੇ ਉਹਦੇ ਤੇ ਇਲਜ਼ਾਮ ਹੀ ਲੱਗੇ ਆ। ਹਜੇ ਉਹਨੂੰ ਬੇਕਸੂਰ ਮੰਨਿਆ ਜਾਊਗਾ ਕਹਿੰਦੇ ਜਦੋਂ ਤੱਕ ਉਹਦੇ ਜਿਹੜੇ ਦੋਸ਼ ਆ ਉਹ ਸਾਬਤ ਨਹੀਂ ਹੋ ਜਾਂਦੇ। ਪਰ ਪਰਮਪ੍ਰੀਤ ਸਿੰਘ ਨੂੰ ਜਿਹੜਾ ਆ 27 ਜਨਵਰੀ 2026 ਨੂੰ ਸੀਨੀਅਰ ਯੂਐਸ ਡਿਸਟ੍ਰਿਕਟ ਜੱਜ ਜੌਨ ਏ ਮੈਂਡਿਸ ਵੱਲੋਂ ਸਜ਼ਾ ਸੁਣਾਈ ਜਾਣੀ ਆ ਜੋ ਕਿ $10 ਮਿਲੀਅਨ ਦਾ ਜੁਰਮਾਨਾ ਹੋ ਸਕਦਾ ਆ ਤੇ ਵੱਧ ਤੋਂ ਵੱਧ ਉਮਰ ਕੈਦ ਵੀ ਹੋ ਸਕਦੀ ਆ। $2 ਮਿਲੀਅਨ ਜਿਹੜੇ ਉਹਨਾਂ ਦੇ ਕੋਲ ਸੀਗੇ ਉਹ ਉਹਨਾਂ ਨੇ ਕਹਿ ਦਿੱਤਾ ਵੀ ਹਾਂ ਅਮਰੀਕਾ ਦੀ ਸਰਕਾਰ ਜ਼ਬਤ ਕਰ ਸਕਦੀ ਹੈਗੀ। ਜੀ, ਜੀ ਬਿਲਕੁਲ। ਸੋ ਇਹ ਕਾਫੀ ਵੱਡੀ ਜਿਹੜੀ ਅਪਡੇਟ ਆ ਇਸ ਇੱਕ ਪੁਰਾਣੇ ਮਾਮਲੇ 'ਚ ਸਾਹਮਣੇ ਆਈ ਹੈਗੀ ਆ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ 'ਚ ਜੁੜਦੇ ਹਾਂ ਤੇ ਹੋਰ ਅਹਿਮ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਜਿਹੜੀ ਉਹ ਆਪਾਂ ਨਜ਼ਰ ਮਾਰਦੇ ਹਾਂ। ਕੀ ਕੁਛ ਜਿਹੜਾ ਉਹ ਚੱਲ ਰਿਹਾ ਆ, ਇਮੀਗ੍ਰੇਸ਼ਨ ਨੂੰ ਲੈ ਕੇ ਵੀ ਆ, ਵੀਜ਼ੇ ਨੂੰ ਲੈ ਕੇ ਵੀ ਜਿਹੜੀ ਨਿਊਯਾਰਕ ਟਾਈਮਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਆਈ ਆ, ਉਹ ਆਪਾਂ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ ਯੂਐਸਏ ਨਾਲ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਰਹਿਣ ਵਾਲੀ ਜਿਹੜੀ ਲੜਕੀ ਆ ਰਿਫਿਊਜੀ ਸੀ, ਜਿਸ ਨੂੰ ਸ਼ਾਰਲੇਟ ਨਾਰਥ ਕੈਰੋਲੀਨਾ ਦੇ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਆ। ਉਹਦੀ ਜਿਹੜੀ ਸਟੋਰੀ ਹੁਣ ਬਾਹਰ ਆਈ ਹੈਗੀ ਆ। ਕਹਿੰਦੇ ਪਈ ਉਹ ਯੂਕਰੇਨ ਦੇ ਵਿੱਚ ਤਾਂ ਬਚ ਗਈ, ਜਿਹੜੀ ਉੱਥੇ ਬੰਬਿੰਗ ਇੰਨੀ ਹੁੰਦੀ ਸੀਗੀ, ਪਰ ਇੱਥੇ ਜਦੋਂ ਉਹ ਟ੍ਰੇਨ ਦੇ ਵਿੱਚ ਇੱਕ ਜਗ੍ਹਾ ਜਾ ਰਹੀ ਸੀਗੀ ਆਪਣੇ ਕੰਮ ਦੇ ਉੱਤੇ, ਜਿੱਥੇ ਕਿ ਪੀਜ਼ਾ ਪਾਰਲਰ ਦੇ ਵਿੱਚ ਕੰਮ ਕਰਦੀ ਸੀ, ਤੇ ਲਾਈਟ ਟ੍ਰੇਨ ਦੇ ਵਿੱਚ ਤੇ ਇੱਕ ਪਿੱਛੇ ਬੈਠਾ ਜਿਹੜਾ ਪੈਸੇਂਜਰ ਸੀਗਾ, ਉਸਨੇ ਉਹਦੇ ਚਾਕੂ ਮਾਰਿਆ ਤੇ ਜਿੱਥੇ ਉਹਦੀ ਜਿਹੜੀ ਮੌਤ ਹੋ ਗਈ। ਆਇਰਨਾ ਜਾਰੂਸਕਾ ਜੋ ਆ 28 ਸਾਲਾਂ ਦੀ, ਇਹ ਅਗਸਤ 28 ਨੂੰ ਜਾ ਰਹੀ ਸੀ ਇੱਕ ਲਾਈਟ ਟ੍ਰੇਨ ਦੇ ਵਿੱਚ। ਕਹਿੰਦੇ ਭਈ ਯੂਕਰੇਨ ਤੋਂ ਇੱਥੇ ਆ ਕੇ ਉਸਨੇ ਪੋਲੀਟੀਕਲ ਅਸਾਈਲਮ ਲਿਆ ਸੀ, ਯੂਕਰੇਨ ਦੇ ਵਿੱਚ ਬੰਬਿੰਗ ਤੋਂ ਬਚ ਗਈ ਸੀ। ਉੱਥੇ ਉਹਨੇ ਡਿਗਰੀ ਕੀਤੀ ਹੋਈ ਸੀ ਆਰਟ ਤੇ ਇੰਗਲਿਸ਼ ਦੀ, ਆਰਟ ਤੇ ਰੀਸਟੋਰੇਸ਼ਨ ਦੀ। ਇੱਥੇ ਉਹ ਕਾਲਜ ਦੇ ਵਿੱਚ ਕਲਾਸਾਂ ਵੀ ਲੈਂਦੀ ਸੀ ਤੇ ਨਾਲ ਦੀ ਨਾਲ ਪਾਰਟ ਟਾਈਮ ਜਿਹੜਾ ਆ ਕੰਮ ਵੀ ਕਰਦੀ ਸੀ। ਸੋ ਉਸ ਤੋਂ ਬਾਅਦ ਈਵਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਕਾਫੀ ਜਿਹੜੀਆਂ ਸਖਤ ਸਟੇਟਮੈਂਟ ਦਿੱਤੀਆਂ ਆ ਵੀ ਜਿਹੜੇ ਬੰਦੇ ਨੇ ਚਾਕੂ ਮਾਰਿਆ ਆ ਉਹਨੂੰ ਜਿਹੜੀ ਆ ਡੈਥ ਸੈਂਟੈਂਸ ਹੋਣੀ ਚਾਹੀਦੀ ਹੈਗੀ ਆ। ਸੋ ਤਾਂ ਕਿ ਜਿਹੜਾ ਕ੍ਰਾਈਮ ਆ ਟੋਟਲੀ ਇੱਥੇ ਘਟਾਇਆ ਜਾ ਸਕੇ। ਜਿਹੜਾ ਸਸਪੈਕਟ ਹੈਗਾ ਡੀ ਕਾਰਲੋਸ ਬਰਾਊਨ ਜੂਨੀਅਰ 34 ਸਾਲਾਂ ਦਾ ਆ। ਉਹ ਕਈ ਵਾਰੀ ਪਹਿਲਾਂ ਅਰੈਸਟ ਹੋ ਚੁੱਕਾ ਸੀ। ਪਹਿਲਾਂ ਵੀ ਉਸਨੇ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਫਿਰ ਬਾਹਰ ਸੀਗਾ। ਸੋ ਇਸ ਜੋ ਲੇਡੀ ਆ, ਇਹਦਾ ਵਿਚਾਰੀ ਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਸੀ, ਸਿਰਫ ਕੰਮ ਤੇ ਜਾ ਰਹੀ ਸੀ ਜਦੋਂ ਇਹਦੇ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਜੀ, ਬਿਲਕੁਲ। ਤੇ ਉਸ ਬੰਦੇ ਬਾਰੇ ਹੀ ਜਿਹੜਾ ਬਾਰ-ਬਾਰ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ ਉਹ ਬੰਦਾ ਕਿੰਨੀ ਵਾਰੀ ਅੰਦਰ ਗਿਆ ਸੀ, ਅੰਦਰੋਂ ਜਿਹੜਾ ਉਹ ਫਿਰ ਬਾਹਰ ਆਉਂਦਾ ਰਿਹਾ। ਸੋ ਬ੍ਰੋਕਨ ਸਿਸਟਮ ਦੀ ਜਿਹੜੀ ਬਾਰ-ਬਾਰ ਜਿਹੜੀ ਗੱਲ ਆਉਂਦੀ ਆ ਵੀ ਉਹ ਸਾਰੀ ਆ। ਸ਼ਾਰਲਟ ਸਟੈਬਿੰਗ ਦੇ ਵਿੱਚ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਡੈਮੋਕ੍ਰੇਟਸ ਦੇ ਉੱਤੇ ਸਿੱਧਾ ਜਿਹੜਾ ਬਲੇਮ ਆ ਉਹ ਘੱਲ ਰਹੇ ਹੈਗੇ ਆ। ਮੈਂਟਲੀ ਇਲ ਜੇ ਸੀਰੀਅਸਲੀ ਸੀਗਾ ਤੇ ਫਿਰ ਭਾਈ ਉਹਨੂੰ ਤੁਸੀਂ ਜਨਤਾ 'ਚ ਛੱਡਿਆ ਕਿਉਂ, ਜਾਂ ਤਾਂ ਇਲਾਜ ਉਹਦਾ ਕੀਤਾ ਜਾਂਦਾ, ਤੇ ਜੇ ਉਹ ਅਪਰਾਧੀ ਸੀ ਤੇ ਫਿਰ ਤਾਂ ਵੀ ਕਿਉਂ ਜਿਹੜਾ ਉਹ ਛੱਡਿਆ ਗਿਆ, ਫਿਰ ਵੀ ਜਿਹੜਾ ਉਹ ਅੰਦਰ ਹੋਣਾ ਚਾਹੀਦਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਵਾਚ ਕਰਨਾ ਚਾਹੀਦਾ ਆ। ਗੱਲਾਂ ਕਰਨੀਆਂ ਤਾਂ ਇਹ ਸੌਖੀਆਂ ਨੇ ਵੀ ਉਹ ਡੈਮੋਕਰੇਟ ਵੀ ਕਰ ਦਿੰਦੇ ਆ ਵੀ ਇੱਦਾਂ ਕਰ ਲਾਂਗੇ ਉੱਦਾਂ ਕਰ ਦਾਂਗੇ, ਪਰ ਉਹਦੇ ਨਤੀਜੇ ਜਿਹੜੇ ਉਹ ਜ਼ਰੂਰ ਲੋਕਾਂ ਨੂੰ ਨਜ਼ਰ ਆਉਣੇ ਚਾਹੀਦੇ ਆ। ਪਰ ਜਦੋਂ ਰਹਿ ਕੇ ਇੱਦਾਂ ਦੀਆਂ ਕੋਈ ਨਿਊਜ਼ ਆਉਂਦੀਆਂ ਤੇ ਫਿਰ ਲੋਕਾਂ ਦੇ ਜਦੋਂ ਇਮੋਸ਼ਨਲ ਹੋਏ ਹੁੰਦੇ ਆ ਬੰਦੇ, ਫਿਰ ਗੱਲਾਂ ਜਿਹੜੀਆਂ ਚਰਚਾਵਾਂ ਆ ਹੋਰ ਤਰੀਕੇ ਦੇ ਨਾਲ ਦੇਖੀਆਂ ਜਾਂਦੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਯੂਐਸ ਦੇ ਵਿੱਚ ਵੀਜ਼ਾ ਲੈਣ ਨੂੰ ਕਹਿੰਦੇ ਵੀ ਹੋਰ ਵੀ ਲੰਮਾ ਵਕਤ ਲੱਗ ਸਕਦਾ ਆ। ਨਵਾਂ ਸਟੇਟ ਡਿਪਾਰਟਮੈਂਟ ਦਾ ਰੂਲ ਆ ਉਹ ਰਿਕਵਾਇਰ ਕਰੂਗਾ ਹੁਣ ਟਰੈਵਲਰਸ ਨੂੰ ਵੀ ਉਹ ਉਹਨਾਂ ਦੀਆਂ ਹੀ ਹੋਮ ਕੰਟਰੀਜ਼ ਦੇ ਵਿੱਚ ਇੰਟਰਵਿਊ ਕੀਤੇ ਜਾਣ, ਜਿੱਥੇ ਸਮਾਂ ਇੱਕ ਸਾਲ ਤੋਂ ਵੱਧ ਦਾ ਜਿਹੜਾ ਉਹ ਹੋ ਚੁੱਕਾ ਆ। ਟਰੈਵਲਰਸ ਜਿਨ੍ਹਾਂ ਨੂੰ ਵੀਜ਼ਾ ਚਾਹੀਦਾ ਆ ਯੂਐਸ ਦੇ ਵਿੱਚ ਆਉਣ ਦੇ ਲਈ, ਉਹਨਾਂ ਨੂੰ ਹੁਣ ਲੌਂਗਰ ਵੇਟ ਟਾਈਮਸ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ। ਸਟੇਟ ਡਿਪਾਰਟਮੈਂਟ ਨੇ ਬੀਤੇ ਸ਼ਨੀਚਰਵਾਰ ਜਿਹੜਾ ਉਹ ਦੱਸਿਆ ਵੀ ਜਿਹੜਾ ਨਾਨ ਇਮੀਗ੍ਰੈਂਟ ਵੀਜ਼ਾ ਐਪਲੀਕੈਂਟਸ ਆ ਉਹ ਐਕਸਪੈਕਟ ਕਰਨ ਜਿਹੜੀਆਂ ਇੰਟਰਵਿਊ ਸਕੈਜੂਲਸ ਆ ਵੀ ਉਹਨਾਂ ਦੇ ਲੋਕਲ ਯੂਐਸ ਐਮਬੈਸੀ ਜਾਂ ਕੌਂਸੂਲੇਟ ਦੇ ਵਿੱਚ। ਤੇ ਉਹਨਾਂ ਨੇ ਵਾਰਨ ਕੀਤਾ ਵੀ ਜੇ ਉਹ ਕਿਸੇ ਹੋਰ ਜਗ੍ਹਾ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਵੀਜ਼ੇ ਦੇ ਲਈ ਕੁਆਲੀਫਾਈ ਕਰਨਾ ਬਹੁਤ ਹੀ ਔਖਾ ਹੋਊਗਾ। ਆਪਾਂ ਬਹੁਤ ਵਾਰੀ ਦੇਖਿਆ ਵੀ ਜਿਹੜੇ ਭਾਰਤੀ ਮੂਲ ਦੇ ਲੋਕ ਆ ਕਈ ਵਾਰੀ ਕੈਨੇਡਾ ਜਾ ਕੇ ਅਮਰੀਕਾ ਦਾ ਜਿਹੜਾ ਵੀਜ਼ਾ ਆ ਉਹ ਅਪਲਾਈ ਕਰਦੇ ਨੇ, ਜਿਹੜਾ ਟ੍ਰਾਂਜ਼ਿਟ ਵੀਜ਼ਾ ਹੁੰਦਾ ਕਹਿ ਲਓ ਜਾਂ ਟਰੈਵਲਰ ਵੀਜ਼ਾ, ਤਾਂ ਉਹ ਇੱਕ ਹਿਸਾਬ ਦੇ ਨਾਲ ਉਹ ਕਹਿੰਦੇ ਵੀ ਭਾਈ ਜੇ ਤੁਸੀਂ ਉੱਥੇ ਆ ਤਾਂ ਉੱਥੋਂ ਜਿਹੜਾ ਕਰੋ। ਇੱਥੋਂ ਇਹ ਭਾਵਨਾ ਜਿਹੜੀ ਇਹਨਾਂ ਦੀ ਇਹ ਸਮਝ ਆਉਂਦੀ ਹੈਗੀ ਆ। ਐਗਜ਼ੈਕਟਲੀ ਇਦਾਂ ਹੀ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਇਹਦੇ ਬਾਰੇ ਜਿਹੜੇ ਲੋਕ ਇਸ ਪ੍ਰੋਸੈਸ ਦੇ ਵਿੱਚੋਂ ਜਾ ਰਹੇ ਆ ਉਹ ਦੱਸਣਗੇ। ਪਰ ਨਿਊਯਾਰਕ ਟਾਈਮਸ ਦੀ ਇਸ ਗੱਲ ਦੇ ਵਿੱਚੋਂ ਤੇ ਜਿਹੜਾ ਸਟੇਟ ਡਿਪਾਰਟਮੈਂਟ ਨੇ ਬਿਆਨ ਦਿੱਤਾ ਆ ਉਹਦਾ ਅਰਥ ਇਹੀ ਜਿਹੜਾ ਉਹ ਨਿਕਲਦਾ ਆ। ਇਹ ਲੇਟੈਸਟ ਰਿਕੁਆਇਰਮੈਂਟ ਕਹਿੰਦੇ ਵੀ ਅਪਲਾਈ ਕਰਦਾ ਹੈ ਟੂਰਿਸਟ ਦੇ ਉੱਤੇ, ਬਿਜ਼ਨਸ ਟਰੈਵਲਰਸ ਦੇ ਉੱਤੇ, ਸਟੂਡੈਂਟਸ ਦੇ ਉੱਤੇ, ਟੈਂਪਰੇਰੀ ਵਰਕਰਸ ਦੇ ਉੱਤੇ, ਤੇ ਜਾਂ ਕੋਈ ਵੀ ਸ਼ਾਰਟ ਟਰਮ ਵੀਜ਼ਾ ਸੀਕਰਸ ਆ ਉਹਨਾਂ ਸਾਰਿਆਂ ਦੇ ਉੱਤੇ। ਇਹ ਚੇਂਜ ਕਹਿੰਦੇ ਵੀ ਹੁਣ ਉਦੋਂ ਆਇਆ ਆ ਜਦ ਬਹੁਤ ਸਾਰੇ ਜਿਹੜੇ ਟਰੈਵਲਰਸ ਆ ਸ਼ਾਰਟ ਟਰਮ ਵੀਜ਼ਾ ਯੂਐਸ ਦੇ ਵਿੱਚ ਜਿਹੜਾ ਅਪਲਾਈ ਕਰਦੇ ਆ, ਹੋਰ ਮੁਲਕਾਂ ਦੇ ਵਿੱਚ ਜਾ ਕੇ ਸਾਈਡ ਸਟੈਪ ਕਰ ਜਾਂਦੇ ਆ ਲੌਂਗ ਇੰਟਰਵਿਊਜ਼ ਨੂੰ। ਉਹੀ ਗੱਲ ਜਿੱਦਾਂ ਮੈਂ ਉਦਾਹਰਨ ਆਪਾਂ ਕੈਨੇਡਾ ਵਾਲੀ ਜਿਹੜੀ ਦਿੱਤੀ ਆ ਵੀ ਬਹੁਤ ਸਾਰੇ ਜਿਹੜੇ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਆ ਜਿੱਥੇ ਪਤਾ ਵੀ ਇੰਡੀਆ 'ਚ ਟਾਈਮ ਜ਼ਿਆਦਾ ਲੱਗਣਾ ਆ, ਤਾਂ ਉੱਥੀ ਥਾਂ ਦੇ ਉੱਤੇ ਕੈਨੇਡਾ ਜਾਂ ਹੋਰ ਮੁਲਕਾਂ 'ਚ ਜਾ ਕੇ ਅਪਲਾਈ ਕਰ ਦਿੰਦੇ ਆ। ਕਈ ਹੋਰ ਮੁਲਕਾਂ 'ਚ ਵੀ ਕਰਦੇ ਨੇ। ਪਰ ਇੱਥੇ ਜਿਹੜਾ ਨਾਲ ਦੇ ਨਾਲ
ਅਮਰੀਕਾ ਨੂੰ ਤੇ US ਦੀ ਜਿਹੜੀ ਐਮਬੈਸੀ ਕੌਂਸੂਲੇਟ ਨੂੰ ਉੱਥੇ ਜਿਹੜੇ ਬੈਠੇ ਦਲਾਲਾਂ ਦੇ ਉੱਤੇ ਵੀ ਨੱਥ ਪਾਉਣ ਦੀ ਜਿਹੜੀ ਜ਼ਰੂਰਤ ਆ, ਕਿਉਂਕਿ ਉਹ ਕੀ ਕਰਦੇ ਆ ਵੀ ਆਮ ਲੋਕਾਂ ਦੀਆਂ ਜਿਹੜੀਆਂ ਇੰਟਰਵਿਊਜ਼ ਦੀਆਂ ਤਰੀਕਾਂ ਹੁੰਦੀਆਂ ਆ ਉਹ ਪਹਿਲਾਂ ਹੀ ਬਾਏ ਆਊਟ ਕਰ ਲੈਂਦੇ ਆ ਤੇ ਫਿਰ ਲੋਕਾਂ ਨੂੰ ਹਜ਼ਾਰਾਂ ਤੋਂ ਲੱਖਾਂ ਰੁਪਈਆਂ ਦੇ ਵਿੱਚ ਉਹ ਇੰਟਰਵਿਊਜ਼ ਡੇਟ ਜਿਹੜੀਆਂ ਆ ਉਹ ਵੇਚਦੇ ਆ। ਇਹਨਾਂ ਨੇ ਕਿਹਾ ਤੇ ਸੀਗਾ ਵੀ ਅਸੀਂ ਇਸ ਦੇ ਉੱਤੇ ਨੱਥ ਜਿਹੜੀ ਉਹ ਪਾਵਾਂਗੇ, ਇਹ ਨਹੀਂ ਪਤਾ ਵੀ ਅਜੇ ਪੂਰੇ ਤੌਰ ਦੇ ਉੱਤੇ ਉਸ ਦੇ ਵਿੱਚ ਪਾਉਣ 'ਚ ਕਾਮਯਾਬ ਹੋਏ ਆ ਜਾਂ ਨਹੀਂ। ਇਸੇ ਕਰਕੇ ਲੋਕਾਂ ਨੂੰ ਇਹ ਵੱਖ-ਵੱਖ ਜਿਹੜੇ ਰਾਊਟ ਆ ਅਲਟਰਨੇਟਿਵ ਲੋਕੇਸ਼ਨਸ ਦੇ ਜਿਹੜੇ ਉਹ ਲੱਭਣੇ ਪੈ ਰਹੇ ਆ। ਪਰ ਸਟੇਟ ਡਿਪਾਰਟਮੈਂਟ ਦੀ ਇਸ ਨਵੀਂ ਪਾਲਿਸੀ ਚੇਂਜ ਦੇ ਨਾਲ ਉਸ ਉੱਤੇ ਆਮ ਲੋਕਾਂ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਇਹਨਾਂ ਨੇ ਰੋਕ ਲਾਤੀ, ਪਰ ਉਹ ਦਲਾਲਾਂ ਦੇ ਉੱਤੇ ਜਦੋਂ ਕਦੋਂ ਰੋਕ ਲੱਗੂਗੀ ਇਹ ਵੀ ਜਿਹੜਾ ਉਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਸੋ ਸਟੇਟ ਡਿਪਾਰਟਮੈਂਟ ਇਹ ਜਿਹੜਾ ਹੁਣ ਕੋਸ਼ਿਸ਼ ਕਰ ਰਿਹਾ ਆ ਵੀ ਭਾਈ ਕੰਮ ਏਦਾਂ ਹੋਊਗਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਅਪਲਾਈ ਨਹੀਂ ਕਰ ਸਕਦੇ। ਇਹਨਾਂ ਨੇ ਵੀ ਜਿਹੜਾ ਚਲਾਕੀ ਪੂਰੀ ਵਰਤੀ ਆ। ਸਟੇਟ ਡਿਪਾਰਟਮੈਂਟ ਨੇ ਕਿਹਾ ਵੀ ਜੇ ਤੁਸੀਂ ਉਹਨਾਂ ਇੰਟਰਵਿਊਜ਼ ਦੇ ਲਈ ਹੋਰ ਮੁਲਕਾਂ ਦੇ ਵਿੱਚ ਜਾ ਕੇ ਫੀਸ ਜੇ ਤੁਸੀਂ ਭਰੀ ਆ, ਸਕੈਜੂਲ ਤੁਸੀਂ ਕਰਤੀ ਆ ਬਾਹਰਲੇ ਮੁਲਕਾਂ ਦੇ ਵਿੱਚ, ਉਹਨਾਂ ਨੇ ਰੋਕਣਾ ਨਹੀਂ ਤੁਹਾਨੂੰ, ਪਰ ਉਹਨਾਂ ਨੇ ਕਿਹਾ ਵੀ ਉਹ ਫੀਸ ਰੀਫੰਡ ਨਹੀਂ ਜੋ ਹੋਣੀ ਹੁਣ ਤੁਹਾਡੀ। ਇਹ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਹਿ ਦਿੱਤਾ ਆ ਤੇ ਨਾਲ ਜਿਹੜੀ ਉਹਨਾਂ ਨੇ ਵਿੱਚ ਇਹ ਗੱਲ ਲਿਖੀ ਹੈ ਵੀ ਮਾਈਟ ਫਾਈਂਡ ਦੈਟ ਇਟ ਵਿਲ ਬੀ ਮੋਰ ਡਿਫਿਕਲਟ ਟੂ ਕੁਆਲੀਫਾਈ ਫॉर द ਵੀਜ਼ਾ। ਸੋ ਇਹ ਚੀਜ਼ ਜਿਹੜਾ ਇੱਕ ਔਖਿਆਈ ਆ ਉਹਨਾਂ ਲੋਕਾਂ ਦੇ ਲਈ ਹੋਈ ਆ। ਹੁਣ 2026 ਦੇ ਵਿੱਚ ਹਰਜੋਤ ਸਿੰਘ ਜੀ US ਦੇ ਵਿੱਚ ਵਰਲਡ ਕੱਪ ਹੋਣਾ ਆ, ਮੈਨਸ ਵਰਲਡ ਕੱਪ ਹੋਣਾ ਆ, ਫਿਰ ਨਾਲ ਦੇ ਨਾਲ 올림픽ਸ ਵੀ ਜਿਹੜੀਆਂ ਉਹ ਆਉਣੀਆਂ ਆ। ਸੋ ਬਹੁਤ ਸਾਰੀ ਦੁਨੀਆ ਨੇ ਇੱਥੇ ਵੀਜ਼ਾ ਜਿਹੜਾ ਉਹ ਲੈਣ ਦੇ ਲਈ ਲਾਈਨਾਂ ਦੇ ਵਿੱਚ ਲੱਗਣਾ ਆ, ਜਿਹਦੇ ਨਾਲ ਕਹਿ ਸਕਦੇ ਆ ਵੀ ਇਸ ਅਟੈਂਡੈਂਸ 'ਚ ਆਉਣ ਦੇ ਲਈ ਲੋਕਾਂ ਦੀਆਂ ਲਾਈਨਾਂ ਹੋਰ ਲੰਬੀਆਂ ਹੋਣਗੀਆਂ। ਪਰ ਓਵਰਆਲ ਆਪਾਂ ਜੇ ਦੇਖਿਆ ਜਾਵੇ ਤਾਂ ਵੀਜ਼ਾ ਲੈਣ ਦੇ ਲਈ, ਈਵਨ ਨਾਨ ਇਮੀਗ੍ਰੈਂਟ ਵੀਜ਼ਾ ਲੈਣ ਦੇ ਲਈ ਲਾਈਨਾਂ ਤੇ ਵੇਟ ਜਿਹੜੀ ਆ ਉਹ ਲੰਬੀ ਹੋਣ ਜਾ ਰਹੀ ਆ। ਜੀ। ਅਗਲੀਆਂ ਕੁਝ ਕੁ ਖਬਰਾਂ ਜਿਹੜੀਆਂ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਇੱਕ US ਸਿਟੀਜ਼ਨ ਨੂੰ ਅਰੈਸਟ ਕੀਤਾ ਗਿਆ। ਦ ਅਟਲਾਂਟਿਕ ਨੇ ਇਹ ਪੂਰੀ ਰਿਪੋਰਟ ਛਾਪੀ ਹੈਗੀ ਆ। ਕਿਸ ਤਰ੍ਹਾਂ ਜਿਹੜੇ ਲੀਕਡ ਆਈਸ ਦੇ ਡਾਕੂਮੈਂਟਸ ਆਏ ਆ, ਗਾਰਡੀਅਨ ਨੇ ਰਿਪੋਰਟ ਛਾਪੀ ਆ ਪਈ ਹੁੰਡਾਈ ਦਾ ਜਿਹੜਾ ਪਲਾਂਟ ਸੀ ਜਿੱਥੇ ਕੰਮ ਕਰਦੇ ਸੀ ਉਹਨਾਂ ਕੋਲ ਕਈਆਂ ਕੋਲ ਵੈਲਿਡ ਵੀਜ਼ੇ ਸੀ ਕੰਮ ਕਰਨ ਦੇ। ਤੇ ਆਈਸ ਵਾਲੇ ਅੱਜ ਫੋਰਬਸ ਮੈਗਜ਼ੀਨ ਨੇ ਵੱਡੀ ਰਿਪੋਰਟ ਛਾਪੀ ਹੈਗੀ ਆ ਵੀ ਆਈਸ ਵਾਲੇ ਪ੍ਰਿਪੇਅਰ ਕਰ ਰਹੇ ਆ ਨਵੇਂ ਲੋਕਾਂ ਨੂੰ ਹਾਇਰ ਕਰਨ ਦੇ ਲਈ ਤੇ AI ਡਰੋਨਸ ਯੂਜ਼ ਕਰਨਗੇ। ਆਰਮਰ ਤੇ ਵੈਪਨਸ ਜਿਹੜੇ ਆ ਬੜੇ ਹਾਈ ਕੁਆਲਿਟੀ ਉਹ ਖਰੀਦ ਰਹੇ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ 1 ਲੱਖ ਲੋਕਾਂ ਨੇ ਅਪਲਾਈ ਕੀਤਾ ਹੈਗਾ ਜਿਹੜੇ ਨਵੇਂ ਏਜੰਟਸ ਹਾਇਰ ਕਰਨੇ ਹੈਗੇ ਆ। ਫੈਡਰਲ ਗਵਰਨਮੈਂਟ ਜਿਹੜੇ ਕੰਟਰੈਕਟਿੰਗ ਰੈਕੋਰਡਸ ਆ ਉਹ ਇਹ ਸ਼ੋ ਹੋ ਰਹੇ ਆ ਭਈ ਆਈਸ ਨੇ ਦਰਜਨ ਤੋਂ ਵੱਧ ਆਰਡਰ ਕੀਤੇ ਹੈਗੇ ਅਟਲਾਂਟਿਕ ਡਾਈਵਿੰਗ ਸਪਲਾਈ ADS ਜਿਹੜੇ ਆ ਫॉर ਅ ਰੇਂਜ ਆਫ ਗੁੱਡਸ ਟੂ ਬੂਸਟ ਇਟਸ ਆਫਿਸ ਆਫ ਫਾਇਰ ਆਰਮਸ ਐਂਡ ਟੈਕਟੀਕਲ ਪ੍ਰੋਗਰਾਮ ਡਿਵੀਜ਼ਨ। ADS ਦੇ ਵਿੱਚ $4 ਬਿਲੀਅਨ ਦਾ ਜਿਹੜਾ ਉਹਨੇ ਕੰਟਰੈਕਟ ਸਾਈਨ ਕੀਤਾ ਹੈਗਾ ਆ। ਇਸ ਤੋਂ ਬਿਨਾਂ $3 ਮਿਲੀਅਨ ਨਿਊ ਗਨ ਸਾਈਟਸ ਤੇ ਹੋਰ ਬਾਡੀ ਆਰਮਰਸ ਮਿਲੀਅਨਸ ਆਫ ਡਾਲਰ ਦੇ ਤੇ ਸਕਾਈਡੀਓ ਡਰੋਨ ਜਿਹੜੇ ਆ ਉਹ ਜਿਹੜੇ ਬਾਈ ਕੀਤੇ ਹੈਗੇ ਆ ਮਿਲੀਅਨਸ ਆਫ ਡਾਲਰ ਦੇ। ਸੋ ਕਹਿੰਦੇ ਵੀ ਫੁੱਲ ਫਲੈਜ ਜਿਹੜਾ ਆ ਆਰਮਡ ਤੇ ਡਰੋਨਸ ਤੇ ਜਿਹੜੇ ਨਵੇਂ ਜਿਹੜੇ ਉਹਨੇ ਹਾਇਰ ਕਰਨੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਹਾਇਰ ਕਰਨਾ ਹੈਗਾ ਆ ਤੇ AI ਫੇਸ਼ੀਅਲ ਰਿਕੋਗਨੀਸ਼ਨ ਜਿਹੜੀ ਹੈਗੀ ਆ ਉਹਦੇ ਨਾਲ ਰਿਲੇਟਡ ਵੀ $10 ਮਿਲੀਅਨ ਦਾ ਜਿਹੜਾ ਕੰਟਰੈਕਟ ਆ ਕਲੀਅਰ ਵਿਊ AI ਦੇ ਨਾਲ ਸਾਈਨ ਕੀਤਾ ਹੈਗਾ ਆ ਤੇ $4.5 ਲੱਖ ਦੇ ਜਿਹੜੇ ਲੈਪਟਾਪ ਆ ਉਹ ਨਵੇਂ ਹਾਇਰਸ ਦੇ ਵਾਸਤੇ ਔਨ ਇਟਸ ਲੀਗਲ ਟੀਮ ਉਹਦੇ ਲਈ ਜਿਹੜੇ ਹਾਇਰ ਕੀਤੇ ਗਏ ਹੈਗੇ ਆ। Amazon ਵੈਬ ਸਰਵਿਸਿਜ਼ ਦਾ ਕਲਾਊਡ ਜਿਹੜੀ ਟੈਕਨੋਲੋਜੀ ਆ ਉਹ $24 ਮਿਲੀਅਨ ਦਾ ਆਰਡਰ ਦਿੱਤਾ ਗਿਆ ਆ। ਆਈਸ ਵਾਲਿਆਂ ਨੇ ਇਹਦੇ ਬਾਰੇ ਤਾਂ ਨਹੀਂ ਦੱਸਿਆ ਜਦੋਂ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਇਸ ਫੋਰਬਸ ਮੈਗਜ਼ੀਨ ਦੇ ਜਿਹੜੇ ਰਾਈਟਰ ਆ ਥਾਮਸ ਬਰਿਊਸਟਰ ਵੱਲੋਂ, ਪਰ ਉਹਨਾਂ ਨੇ ਇਹ ਕਿਹਾ ਆ ਵੀ ਜੋ ਆਈਸ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ ਮਿਲਟਰੀ ਗ੍ਰੇਡ ਗੀਅਰਸ, ਸਿਲੀਕਾਨ ਵੈਲੀ ਤੋਂ ਆਟੋਨੋਮਸ ਡਰੋਨਸ ਤੋਂ ਲੈ ਕੇ ਗਲੋਕ ਹੈਂਡਗਨਸ ਤੱਕ ਸਾਰਾ ਕੁਝ ਜਿਹੜਾ ਆ ਉਹ ਖਰੀਦ ਰਹੀ ਹੈਗੀ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਹੋਰ ਖਬਰਾਂ ਦੇ ਵੱਲ ਜਿਹੜਾ ਹਰਜੋਤ ਸਿੰਘ ਜੀ ਵੱਧਦੇ ਜਾਂਦੇ ਆ
ਵੀ ਕੀ ਜਿਹੜੀ ਓਵਰਆਲ ਸਿਚੁਏਸ਼ਨ ਮੁਲਕ ਭਰ ਦੁਨੀਆ ਭਰ ਦੇ ਵਿੱਚ ਨਾਲ ਚੱਲ ਰਹੀ ਆ। ਆਪਾਂ ਜਿਹੜੀ ਚਰਚਾ ਨਾਲ ਦੇ ਨਾਲ ਇਹ ਵੀ ਇੱਕ ਕਰਦੇ ਜਾਈਏ ਵੀ ਜਿਹੜਾ ਸਰਜੀਓ ਗੌਰ ਜਿਨ੍ਹਾਂ ਨੂੰ ਅੰਬੈਸਡਰ ਲਾਇਆ ਜਾਣਾ ਆ ਇੰਡੀਆ ਦਾ, ਉਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਹ ਰੱਖੀ ਗਈ ਆ। ਕਹਿੰਦੇ ਵੀ ਸਾਰਿਆਂ ਨੂੰ ਬਹੁਤ ਧਿਆਨ ਇਸ ਦੇ ਵਿੱਚ ਰੱਖਣ ਦੀ ਜ਼ਰੂਰਤ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਗੱਲ ਬਣਦੀ ਆ। ਗੌਰ ਦੀ ਨੋਮੀਨੇਸ਼ਨ ਨੂੰ ਲੈ ਕੇ ਜਿਹੜੇ ਕੁਛ ਸੈਲੀਬ੍ਰੇਟ ਕਰ ਰਹੇ ਆ ਤੇ ਕੁਛ ਕ੍ਰਿਟਿਸਾਈਜ਼ ਵੀ ਜਿਹੜੇ ਉਹ ਕਰ ਰਹੇ ਆ। ਜਿਹੜੇ ਸਰਜੀਓ ਗੌਰ ਨੇ ਜੋ ਇੰਡੀਆ ਨੂੰ ਅੰਬੈਸਡਰ ਲੱਗ ਸਕਦੇ ਆ, ਉਹਨਾਂ ਦੀ ਸੈਨੇਟ ਹੀਅਰਿੰਗ ਜਿਹੜੀ ਆ ਉਹ ਆ ਰਹੀ ਆ। ਸੋ ਕਹਿੰਦੇ ਵੀ ਕਾਫੀ ਫਾਸਟ ਪ੍ਰੋਸੈਸ ਜਿਹੜਾ ਉਹ ਹੋ ਸਕਦਾ ਆ। ਜਿਹੜੀਆਂ ਕਈ ਕਨਫਰਮੇਸ਼ਨਸ ਆ ਉਸ ਦੇ ਵਿੱਚ ਆਪਾਂ ਦੇਖਿਆ ਵੀ ਰੋਕ ਜਿਹੜੀ ਹੋ ਰਹੀ ਆ। ਅਮਰੀਕਨ ਆਊਟਲੈਟਸ ਨਿਊਯਾਰਕ ਟਾਈਮਜ਼, ਪੋਲੀਟੀਕੋ ਜਿਹੜਾ ਉਹ ਦੱਸਦੇ ਆ ਵੀ ਟਰੰਪ ਹੁਣਾਂ ਦੇ ਨਾਲ ਇਹਨਾਂ ਦੀ ਕਾਫੀ ਜ਼ਿਆਦਾ ਨੇੜਤਾ ਆ ਤੇ ਆਪਣੇ ਆਪ ਨੂੰ ਇੱਕ ਗ੍ਰੇਟ ਫਰੈਂਡ ਦੱਸਦੇ ਨੇ ਪ੍ਰੈਜ਼ੀਡੈਂਟ ਦਾ। ਪ੍ਰੈਜ਼ੀਡੈਂਸ਼ੀਅਲ ਪ੍ਰਾਇਓਰਿਟੀ ਰਾਈਟ ਨਾਓ ਜਿਹੜੀ ਉਹੀ ਆ ਇੰਡੀਆ US ਰਿਲੇਸ਼ਨਸ ਦੇ ਵਿੱਚ ਜਿਹੜੀ ਟੈਰਿਫ ਆ, ਟ੍ਰੇਡ ਆ, ਉਸ ਨੂੰ ਜਿਹੜਾ ਉਹ ਲੈ ਕੇ ਮੋਦੀ ਦੇ ਉੱਤੇ ਜਿਹੜਾ ਦਬਾਅ ਆ ਉਹ ਡਾਇਰੈਕਟ ਕਹਿੰਦੇ ਵੀ ਆਪਾਂ ਇਸ ਦੇ ਵਿੱਚ ਦੇਖ ਸਕਦੇ ਹਾਂ ਵੀ ਅਨਲੈਸ ਪ੍ਰੈਜ਼ੀਡੈਂਟ ਖੁਦ ਡਿਸਾਈਡ ਕਰਦੇ ਆ ਵੀ ਇਹਦੇ ਵਿੱਚ ਆਪਾਂ ਕੋਰਸ ਚੇਂਜ ਕਰਾਂਗੇ। ਪੀਟਰ ਨਵਾਰੋ ਹੁਣਾਂ ਦੀ ਆਪਾਂ ਆਲਰੇਡੀ ਜਿਹੜੀ ਉਹ ਚਰਚਾ ਕੀਤੀ ਆ। ਮੋਦੀ ਇਸ ਵਾਰ UN ਦੀ ਜਨਰਲ ਅਸੈਂਬਲੀ ਦੇ ਵਿੱਚ ਸਪੀਚ ਦੇਣ ਦੇ ਲਈ ਨਹੀਂ ਆ ਰਿਹਾ। ਟਾਈਮਿੰਗ ਵੀ ਜਿਹੜੀ ਇਸ ਦੇ ਵਿੱਚ ਇੰਪੋਰਟੈਂਟ ਹੈਗੀ ਆ। ਸਪੈਸ਼ਲ ਐਨਵੋਏ ਵੀ ਜਿਹੜੇ ਉਹ ਰਹੇ ਨੇ। ਜਿਹੜੇ ਗੌਰ ਨੇ ਇਹਨਾਂ ਨੂੰ ਸਾਊਥ ਤੇ ਸੈਂਟਰਲ ਏਸ਼ੀਅਨ ਅਫੇਅਰਸ ਦਾ ਥੋੜਾ ਬਹੁਤਾ ਤਜਰਬਾ ਇਸ ਕਰਕੇ ਵੀ ਆ ਕਿਉਂਕਿ ਇਹ ਸਪੈਸ਼ਲ ਐਨਵੋਏ ਕਰਕੇ ਜਿਹੜੇ ਹੋ ਰਹੇ ਨੇ। ਸੋ ਕਹਿੰਦੇ ਵੀ ਇਹਨਾਂ ਨੇ ਪਹਿਲਾਂ ਜਿਹੜੀ ਇੰਡੀਆ ਦੇ ਵਿੱਚ ਪੋਸਟ ਸੀਗੀ ਉਸ ਨੂੰ ਰਜਿਸਟ ਜਿਹੜਾ ਉਹ ਜ਼ਰੂਰ ਕਰਦੇ ਰਹੇ ਨੇ, ਪਰ ਹੁਣ ਇਹਨਾਂ ਨੇ ਨੋਮੀਨੇਸ਼ਨ ਸਵੀਕਾਰੀ ਜਿਹੜੀ ਉਹ ਹੈਗੀ ਆ। ਸੋ ਆਪਣੇ ਵੀ ਜਿਹੜੇ ਲੋਕਾਂ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ ਵੀ ਜਿਹੜੇ ਬੰਦੇ ਨੂੰ ਉੱਤੇ ਅੰਬੈਸਡਰ ਲਾਇਆ ਜਾਣਾ ਆ, ਖਾਸ ਕਰਕੇ ਜਿਹੜੇ ਸਿੱਖ ਅਮਰੀਕਨਸ ਆ, ਉਹਨਾਂ ਦੇ ਲਈ ਇਹ ਮੈਟਰ ਇਸ ਲਈ ਵੀ ਕਰਦਾ ਆ ਵੀ ਉਹ ਕਿੱਦਾਂ ਦਾ ਇਸ ਰਿਲੇਸ਼ਨ ਜਿਹੜੇ ਉੱਥੇ ਬਣਾਉਣਗੇ। ਜੋ ਇਸ ਟਾਈਮ ਦਬਾਅ ਚੱਲ ਰਿਹਾ ਆ ਇੰਡੀਆ ਦੇ ਉੱਤੇ ਉਹ ਬਰਕਰਾਰ ਰਹਿੰਦਾ ਆ ਜਾਂ ਉਸ ਦੇ ਵਿੱਚ ਥੋੜੀ ਬਹੁਤੀ ਢਿੱਲ ਜਿਹੜੀ ਉਹ ਨਜ਼ਰ ਆਪਾਂ ਨੂੰ ਆ ਸਕਦੀ ਆ। ਇੱਕ ਪਾਸੇ ਆਪਾਂ ਦੇਖਦੇ ਹਾਂ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਆ ਅਮਰੀਕਾ ਦੇ ਵਿੱਚ, ਜਿਸ ਦੇ ਚੱਲਦਿਆਂ ਇੰਡੀਆ ਦੀਆਂ ਜਿਹੜੀਆਂ ਪ੍ਰੋਕਸੀਜ਼ ਤੇ ਇੰਡੀਅਨ ਜਿਹੜੇ ਏਜੰਟਸ ਆ ਉਹਨਾਂ ਨੂੰ ਦੁੱਖ ਲੱਗ ਰਿਹਾ ਆ ਵੀ ਇਦਾਂ ਦੇ ਜਿਹੜੇ ਬਿੱਲ ਜੋ ਆ ਰਹੇ ਨੇ ਅਸੈਂਬਲੀਜ਼ ਦੇ ਵਿੱਚ ਵੀ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਫੇਲ ਕਰਾਇਆ ਜਾਵੇ, ਕਿੱਦਾਂ ਉਹਨਾਂ ਨੂੰ ਸੈਬੋਟੇਜ 'ਚ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਸੋ ਇਹ ਹੁਣ ਜ਼ਰੂਰ ਸਿੱਖ ਅਮਰੀਕਨਸ ਨੂੰ ਵੀ ਦਬਾਅ ਤੇ ਇੱਕ ਅਪਰੋਚ ਤੇ ਇੱਕ ਗੱਲਬਾਤ ਜਿਹੜੇ ਇੰਡੀਆ ਨੂੰ ਨਵੇਂ ਲੱਗਣ ਜਾ ਰਹੇ ਅੰਬੈਸਡਰ ਆ ਉਹਨਾਂ ਤੱਕ ਪਹੁੰਚ ਜਿਹੜੀ ਉਹ ਕਰਕੇ ਰੱਖਣੀ ਚਾਹੀਦੀ ਆ, ਤਾਂ ਜੋ ਉਹ ਵੀ ਦੱਸ ਸਕਣ ਵੀ ਇੰਡੀਆ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਤੇ ਸਿੱਖਾਂ ਦੇ ਨਾਲ ਕੀ ਕੁਛ ਵਾਪਰਦਾ ਰਿਹਾ ਆ ਤੇ ਕੀ ਕੁਛ ਅਜੇ ਵਾਪਰ ਰਿਹਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਇੱਕ ਲੀਕਡ ਡਾਕੂਮੈਂਟ ਜਿਹੜੇ ਆਈਸ ਤੇ ਉਹ ਦ ਗਾਰਡੀਅਨ ਮੈਗਜ਼ੀਨ ਨੂੰ ਮਿਲੇ ਆ। ਬਹੁਤ ਵਾਰ ਆਪਣੇ ਸਰੋਤੇ ਕਹਿੰਦੇ ਰਹਿੰਦੇ ਆ ਵੀ ਦੇਖੋ ਜੀ ਤੁਸੀਂ ਡਰਾਉਂਦੇ ਰਹਿੰਦੇ ਆ ਖਬਰਾਂ, ਉਹਨਾਂ ਦੇ ਲਈ ਬੜੇ ਧਿਆਨ ਨਾਲ ਦੇਖਿਓ ਜੇ ਤੁਸੀਂ ਸਿਟੀਜ਼ਨ ਵੀ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਜਿਹੜੇ ਕੋਰੀਆ ਦੇ ਸਾਊਥ ਕੋਰੀਆ ਦੇ ਵਰਕਰ ਸੀਗੇ ਇਸ ਪਲਾਂਟ ਦੇ ਵਿੱਚ ਕੰਮ ਕਰਦੇ, ਉਹਨਾਂ 'ਚ ਇੱਕ ਵਰਕਰ ਇਦਾਂ ਦਾ ਸੀ ਜਿਹੜਾ ਲੀਗਲੀ ਆਇਆ ਸੀ ਤੇ ਉਹਦੇ ਕੋਲ ਲੀਗਲ ਜਿਹੜਾ ਵਰਕ ਆਥੋਰਾਈਜੇਸ਼ਨ ਸੀ, ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਡਰਾ ਧਮਕਾ ਲਿਆ ਗਿਆ ਤੇ ਉਹ ਵਾਪਸ ਜਾਣ ਨੂੰ ਐਗਰੀ ਕਰ ਗਿਆ ਹੈਗਾ। ਇਹ ਗਾਰਡੀਅਨ ਮੈਗਜ਼ੀਨ ਅੱਜ ਦਾ ਜਿਹੜਾ ਰਿਪੋਰਟ ਕਰ ਰਿਹਾ ਹੈਗਾ। ਸੋ ਗਾਰਡੀਅਨ ਨੇ ਉਸ ਬੰਦੇ ਦਾ ਨਾਮ ਵਗੈਰਾ ਤਾਂ ਨਹੀਂ ਛਾਪਿਆ ਤੇ ਨਾ ਹੀ, ਕਿਉਂਕਿ ਹੋ ਸਕਦਾ ਕਹਿੰਦੇ ਵੀ ਉਹਦਾ ਕੋਈ ਕਿਸੇ ਵਕੀਲ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੋਵੇ, ਪਰ ਇਹ ਪਤਾ ਚੱਲਿਆ ਵੀ B1 B2 ਵੀਜ਼ੇ ਦੇ ਉੱਤੇ ਆਇਆ ਸੀ ਤੇ HLGA ਬੈਟਰੀ ਕੰਪਨੀ ਜਿਹੜੀ LLC ਹੈਗੀ ਆ ਉਹਦੇ ਨਾਲ ਐਜ਼ ਏ ਕੰਟਰੈਕਟਰ ਉਹ ਕੰਮ ਕਰਦਾ ਸੀ, ਜੋ ਕਿ ਸਾਊਥ ਕੋਰੀਅਨ ਕੰਪਨੀ SFA ਹੈਗੀ ਆ। ਸੋ ਪੂਰੇ ਡਾਟਾਬੇਸ ਤੋਂ ਇਹ ਪਤਾ ਚੱਲਿਆ ਵੀ ਉਹ ਕਿਸੇ ਤਰ੍ਹਾਂ ਵੀ ਇਲੀਗਲ ਨਹੀਂ ਸੀ। ਦੂਸਰਾ, ਅੱਜ ਦਾ ਇੱਕ ਦਾ ਐਟਲਾਂਟਿਕ ਮੈਗਜ਼ੀਨ ਆ, ਉਹਨਾਂ ਨੇ ਰਿਪੋਰਟ ਛਾਪੀ ਆ ਵੀ ਇੱਕ ਅਮਰੀਕਨ ਸਿਟੀਜ਼ਨ ਨੂੰ ਆਈਸ ਵਾਲਿਆਂ ਨੇ 3 ਦਿਨ ਜਿਹੜਾ ਡਿਟੇਨ ਕੀਤਾ ਤੇ ਉਹਦੇ ਨਾਲ ਕੀ ਕੁਝ ਵਾਪਰਿਆ, ਕਿੰਨਾ ਉਹਦੇ ਨਾਲ ਮਾੜਾ ਜਿਹੜਾ ਵਿਹਾਰ ਕੀਤਾ ਗਿਆ, ਉਹ ਪੂਰੀ ਸਟੋਰੀ ਉਹਦੇ ਵਿੱਚ ਛਾਪੀ ਹੈਗੀ ਆ। ਤੇ ਇਹ ਵੀ ਦੱਸਦੇ ਜਾਈਏ ਵੀ ਇਹ US ਦਾ ਸਿਟੀਜ਼ਨ ਆ ਤੇ ਆਰਮੀ ਦਾ ਵੈਟਰਨ ਰਿਹਾ ਹੈਗਾ। ਜਾਰਜ ਰੀਡਸ ਆਰਮੀ ਵੈਟਰਨ ਜਿਹੜਾ ਆ,
ਇਹ ਜਦੋਂ ਕੈਲੀਫੋਰਨੀਆ ਦੇ ਵਿੱਚ ਰੇਡਸ ਹੋ ਰਹੀਆਂ ਸੀਗੀਆਂ ਤੇ ਉੱਥੇ ਇਹ ਪਹੁੰਚਿਆ ਹੋਇਆ ਸੀ। ਤੇ ਇਹ ਵੀ ਦੱਸਦੀ ਜਾਈਏ 25 ਸਾਲਾਂ ਦਾ ਜਾਰਜ ਰੀਡਸ ਇਹ ਇਰਾਕ ਦੇ ਵਿੱਚ ਵੀ ਇਸਨੇ ਸਰਵ ਕੀਤਾ ਹੈਗਾ ਆ। ਜੁਲਾਈ 10 ਨੂੰ ਉਹ ਐਜ਼ ਏ ਸਿਕਿਉਰਿਟੀ ਗਾਰਡ ਜੌਬ ਕਰਦਾ ਸੀ ਸਦਰਨ ਕੈਲੀਫੋਰਨੀਆ ਦੇ ਕੈਨੋਵਸ ਫਾਰਮ ਦੇ ਵਿੱਚ, ਜਿੱਥੇ ਰੇਡ ਪਈ ਸੀਗੀ। ਤੇ ਉੱਥੇ ਇਸ ਨੂੰ ਜਿਹੜਾ ਰਿਟੇਨ ਕਰ ਲਿਆ ਗਿਆ ਫੈਡਰਲ ਇਮੀਗ੍ਰੇਸ਼ਨ ਏਜੰਟਸ ਵੱਲੋਂ, ਬਾਰ-ਬਾਰ ਦੱਸਣ ਦੇ ਵੀ ਭਾਈ ਮੈਂ ਤਾਂ ਅਮਰੀਕਾ ਦਾ ਸਿਟੀਜ਼ਨ ਆ। ਤੇ ਉਹ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਆ ਉਹ ਕਹਿੰਦਾ ਮੇਰੀ ਕਾਰ 'ਚ ਪਈ ਆ। ਸੋ ਹੁਣ ਅਸੀਂ ਕਈ ਵਾਰ ਕਹਿੰਦੇ ਰਹਿੰਦੇ ਆ ਨਾ ਵੀ ਤੁਸੀਂ ਆਪਣਾ ਜੀ ਸਿਟੀਜ਼ਨਸ਼ਿਪ ਦਾ ਨਾਲ ਪ੍ਰੂਫ, ਰੱਖੋ। ਗ੍ਰੀਨ ਕਾਰਡ, ਵਰਕ ਪਰਮਿਟ ਆਪਣੀ ਜੇਬ 'ਚ ਰੱਖਿਆ ਕਰੋ। ਸੋ ਇਹਦਾ ਕੀ ਚੱਕਰ ਹੋਇਆ ਵੀ ਜਦੋਂ ਇਹ ਕੈਨੋਵਸ ਫਾਰਮ ਜਿੱਥੋਂ 400 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, ਉੱਥੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਛਾਪਾ ਮਾਰਿਆ। ਇਹ ਉਸ ਕੰਪਨੀ ਦੇ ਬਾਹਰ ਐਜ਼ ਏ ਸਿਕਿਉਰਿਟੀ ਗਾਰਡ ਕੰਮ ਕਰਦਾ ਸੀ। ਆਰਮੀ ਦਾ ਵੈਟਰਨ ਆ, ਅਮਰੀਕਾ ਦਾ ਸਿਟੀਜ਼ਨ ਆ। ਜਦੋਂ ਉਹਨੂੰ ਕਿਹਾ ਵੀ ਭਰਾਵੋ ਮੈਂ ਤਾਂ ਅਮਰੀਕਾ ਦਾ ਸਿਟੀਜ਼ਨ ਆ ਤੇ ਮੇਰਾ ਤਾਂ ਜਿਹੜਾ ਵਾਲਟ ਆ ਉਹ ਕਾਰ ਦੇ ਵਿੱਚ ਰਹਿ ਗਿਆ ਹੈਗਾ। ਕਹਿੰਦੇ ਵੀ ਉਹਨੂੰ ਕੁਛ ਨਹੀਂ, ਉਹ ਨਹੀਂ ਸੁਣਿਆ ਤੇ ਅਰੈਸਟ ਕਰ ਲਿਆ ਤੇ ਉਹਦੇ ਕੜੀਆਂ ਲਾ ਲਈਆਂ ਤੇ ਕਹਿੰਦਾ ਵੀ ਮੈਨੂੰ ਸਾਹ ਵੀ ਬੜਾ ਔਖਾ ਆਉਂਦਾ ਸੀ। ਉਹ ਤੋਂ ਬਾਅਦ ਜੇਲ੍ਹ 'ਚ ਲੈ ਗਿਆ ਜਿੱਥੇ 3 ਦਿਨ ਤੇ 3 ਰਾਤਾਂ ਉਸ ਨੂੰ ਰੱਖਿਆ। ਕਹਿੰਦਾ ਮੈਨੂੰ ਫੋਨ ਤੱਕ ਵੀ ਕਾਲ ਕਰਨ ਨਹੀਂ ਦਿੱਤੀ ਤੇ ਨਾ ਮੈਨੂੰ ਕਹਿੰਦਾ ਅਟਾਰਨੀ ਦਾ ਜਿਹੜਾ ਵੀ ਜੱਜ ਦੇ ਸਾਹਮਣੇ ਪੇਸ਼ ਕਰਨ ਦੇ ਲਈ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਅਲਾਓ ਕੀਤਾ ਗਿਆ। ਨਾ ਜਿਹੜਾ ਕਹਿੰਦਾ ਵੀ ਮੈਨੂੰ ਨਹਾਣ ਦਿੱਤਾ ਗਿਆ, ਕਿਉਂਕਿ ਪੈਪਰ ਸਪਰੇ ਜਿਹੜੀ ਆ ਉਹ ਯੂਜ਼ ਕੀਤੀ ਗਈ ਸੀ। ਟੀਅਰ ਗੈਸ ਵੀ ਜਿਹੜੀ ਆ ਯੂਜ਼ ਕੀਤੀ ਗਈ ਸੀ। ਇਹ ਇੰਸਟੀਚਿਊਟ ਫਾਰ ਜਸਟਿਸ ਜਿਹੜੀ ਆ ਇੱਕ ਪਬਲਿਕ ਇੰਟਰਸਟ ਲਾ ਫਰਮ ਆ, ਉਹ ਇਸ ਨੂੰ ਹੁਣ ਰਿਪਰੈਜ਼ੈਂਟ ਕਰ ਰਹੀ ਹੈਗੀ ਆ। ਤੇ ਉਹ ਕਹਿੰਦਾ ਵੀ ਮੇਰੇ 2 ਯੰਗ ਬੱਚੇ ਵੀ ਸੀ ਤੇ ਮੈਂ ਆਪਣੀ ਬੱਚੀ ਦਾ ਜਿਹੜਾ ਬਰਥਡੇ ਆ ਉਹ ਵੀ ਜਿਹੜਾ ਮਿਸ ਕੀਤਾ ਹੈਗਾ। ਸੋ ਜਿਹੜੀ ਮਿਸਟ੍ਰੀਟਮੈਂਟ ਆਫ ਅਮਰੀਕਨ ਸਿਟੀਜ਼ਨਸ ਬਾਈ ਇਮੀਗ੍ਰੇਸ਼ਨ ਅਥਾਰਟੀਜ਼ ਆ, ਇਹ ਨਵੀਂ ਨਹੀਂ ਹੈ। ਕਹਿੰਦੇ ਵੀ 2021 ਦੇ ਵਿੱਚ ਗਵਰਨਮੈਂਟ ਅਕਾਊਂਟੇਬਿਲਿਟੀ ਆਫਿਸ ਰਿਪੋਰਟ ਆਈ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਸਟਮ ਐਨਫੋਰਸਮੈਂਟ ਨੇ 674 ਪੋਟੈਂਸ਼ੀਅਲ ਯੂਐਸ ਸਿਟੀਜ਼ਨਸ ਨੂੰ ਜਿਹੜਾ ਆ ਅਰੈਸਟ ਕੀਤਾ ਸੀ ਤੇ 121 ਨੂੰ ਡਿਟੇਨ ਕੀਤਾ ਸੀ। 70 ਜਣੇ ਜਿਹੜੇ ਰਿਮੂਵ ਕੀਤੇ ਗਏ ਸੀ 5 ਸਾਲਾਂ ਦੇ ਵਿੱਚ, 5 ਸਾਲ ਤੇ 6 ਮਹੀਨਿਆਂ ਦੇ ਵਿੱਚ, ਜੋ 2020 ਚ ਐਂਡ ਹੋਇਆ ਸੀ। ਪਰ ਜਦੋਂ ਤੋਂ ਹੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆਏ ਹੈਗੇ ਆ ਸੈਕੰਡ ਟਰਮ ਦੇ ਵਿੱਚ, ਇਹ ਜਿਹੜੇ ਅਰੈਸਟ ਆ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈਗਾ। ਹੁਣ ਜਦੋਂ 10,000 ਦੇ ਕਰੀਬ ਹੋਰ ਐਡੀਸ਼ਨਲ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟਸ ਨੂੰ ਹਾਇਰ ਕੀਤਾ ਜਾ ਰਿਹਾ ਹੈਗਾ ਤੇ ਕਹਿੰਦੇ ਵੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਆ ਡਿਟੈਂਸ਼ਨ ਦੇ ਵਿੱਚ ਹੋਣ ਦਾ ਜਿਹੜਾ ਖਤਰਾ ਹੈਗਾ ਆ। ਸੋ ਕਹਿੰਦੇ ਵੀ ਆਈ ਸਕੈਨ ਜਿਹੜੀ ਆ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਬਹੁਤ ਸਾਰੇ ਸਿਟੀਜ਼ਨਸ ਦੇ ਜਿਹੜੇ ਰਾਈਟਸ ਆ ਉਹਨਾਂ ਨੂੰ ਵਾਇਲੇਟ ਕਰ ਸਕਦੀ ਹੈਗੀ ਆ। ਦਾ ਐਟਲਾਂਟਿਕ ਮੈਗਜ਼ੀਨ ਨੇ ਇਹ ਕਾਫੀ ਵੱਡੀ ਰਿਪੋਰਟ ਛਾਪੀ ਆ, ਕਿਉਂਕਿ ਆਪਣਾ ਸਮਾਂ ਤਾਂ ਸਮਾਪਤੀ ਵਾਲਾ, ਪਰ ਸਮਾਂ ਲੱਗਿਆ, ਪੜ੍ਹਿਓ ਜ਼ਰੂਰ। ਸੋ ਇਸੇ ਜੀ। ਕਰਕੇ ਵਾਰ-ਵਾਰ ਆਪਾਂ ਕਹਿੰਦੇ ਰਹਿੰਦੇ ਆ ਸਾਰਿਆਂ ਨੂੰ, ਜਿੰਨੇ ਵੀ ਆਪਣੇ ਸਰੋਤੇ ਸੁਣਦੇ ਹੈਗੇ ਆ, ਜੇ ਸਿਟੀਜ਼ਨ ਆ ਆਪਣੇ ਕੋਲ ਸਿਟੀਜ਼ਨਸ਼ਿਪ ਵਾਲਾ ਜਿਹੜਾ ਕਾਰਡ ਛੋਟਾ ਹੁੰਦਾ ਜਾਂ ਪਾਸਪੋਰਟ ਕੁਛ ਵੀ ਆਪਣੀ ਜੇਬ 'ਚ ਰੱਖੋ। ਗ੍ਰੀਨ ਕਾਰਡ ਵਾਲੇ ਗ੍ਰੀਨ ਕਾਰਡ ਰੱਖਣ, ਵਰਕ ਪਰਮਿਟ ਵਾਲੇ ਵਰਕ ਪਰਮਿਟ ਰੱਖਣ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਗਲਤੀ ਵਗੈਰਾ ਨਾ ਕਰੋ। ਬਾਰ-ਬਾਰ ਫੇਰ ਕਹਿ ਰਹੇ ਆ ਪੰਜਾਬੀਆਂ ਦੇ ਵਿੱਚ ਪਤਾ ਨਹੀਂ ਕਦੋਂ ਇਹ ਬਿਮਾਰੀ ਪੈ ਗਈ ਸ਼ਰਾਬ ਪੀਣ ਦੀ। ਡਰਾਈਵਿੰਗ ਅੰਡਰ ਇਨਫਲੂਐਂਸ ਜਿਹੜਾ ਨਵਾਂ ਲਾਅ ਜਿਹੜਾ ਯੂਐਸ ਕਾਂਗਰਸ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਆ, ਇਹਨੂੰ ਰਿਪਬਲਿਕਨ ਲੈ ਕੇ ਆ ਰਹੇ ਆ। ਇਹ ਸੈਨੇਟ 'ਚ ਜਾਣਾ ਆ, ਸੈਨੇਟ 'ਚ 100% ਪਾਸ ਹੋਣਾ ਹੀ ਹੋਣਾ ਆ, ਕਿਉਂਕਿ 54 ਸੈਨੇਟਰ ਜਿਹੜੇ ਰਿਪਬਲਿਕਨਸ ਆ। ਕਾਂਗਰਸ ਡੈਮੋਕ੍ਰੇਟ ਨੇ ਵੀ ਇਹਦਾ ਸਾਥ ਦਿੱਤਾ ਸੀ ਤੇ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਨੇ ਸਾਈਨ ਕਰਨੇ ਤੇ ਇਹ ਉਹਨਾਂ ਨੇ ਇਲੈਕਸ਼ਨ 'ਚ ਯੂਜ਼ ਕਰਨਾ ਵੀ ਦੇਖੋ ਜੀ ਜਿਹੜਾ ਵੀ ਬੰਦਾ ਡੀਯੂਆਈ 'ਚ ਅਰੈਸਟ ਹੋਇਆ, ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ, ਚਾਹੇ ਤੁਹਾਨੂੰ 20 ਸਾਲ ਪਹਿਲਾਂ ਉਹ ਡੀਯੂਆਈ ਮਿਲੀ ਹੋਵੇ, ਤੁਹਾਨੂੰ ਡਿਪੋਰਟ ਕੀਤਾ ਜਾਊਗਾ। ਸੋ ਕੋਈ ਵੀ ਜਿਹੜਾ ਬੰਦਾ ਆ ਜਿਹੜਾ ਪੀਂਦਾ ਆ ਜਾਂ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਹੈਗਾ, ਇਹ ਨਹੀਂ ਹੈ ਵੀ ਕੱਲੀ ਸ਼ਰਾਬ ਆ, ਚਾਹੇ ਹੋਰ ਵੀ ਕੋਈ ਨਸ਼ਾ ਹੋਵੇ ਚਾਹੇ ਫੀਮ ਆ, ਭੁੱਕੀ ਤੇ ਆ, ਤੁਸੀਂ ਫੜੇ ਫੈਂਟਨਲ ਗਏ ਆ, ਕੋਈ ਵੀ ਆ। ਤੇ ਤੁਹਾਨੂੰ ਜਿਹੜਾ ਉਹ ਡਿਪੋਰਟ ਕੀਤਾ ਜਾਊਗਾ। ਇਹ ਨਵਾਂ ਹਜੇ ਬਣਿਆ ਨਹੀਂ, ਪਰ ਬਣ ਜਾ ਰਿਹਾ ਹੈਗਾ। ਇਸ ਕਰਕੇ ਬਾਰ-ਬਾਰ ਆਪਾਂ ਕਮਿਊਨਿਟੀ ਨੂੰ ਜਿਹੜਾ ਆ ਚੁਕੰਨੇ ਕਰ ਰਹੇ ਆ ਵੀ ਭਾਈ ਸਾਰੇ ਜਾਣੇ ਧਿਆਨ ਰੱਖੋ। ਜੇ ਇੰਨੇ ਮਿਹਨਤ ਦੇ ਨਾਲ ਆਏ ਆ ਇੱਥੇ ਕੰਮਕਾਰ ਕਰ ਰਹੇ ਆ, ਕਿਤੇ ਇਹ ਨਾ ਹੋਵੇ ਵੀ ਇੱਕ ਗਲਤੀ ਕਰਕੇ ਵੀ ਤੁਹਾਨੂੰ ਜਿਹੜਾ ਡਿਪੋਰਟ ਹੋ ਜਾ ਤੇ ਮਗਰੋਂ ਤੁਹਾਡਾ ਜਿਹੜਾ ਪਰਿਵਾਰ ਆ ਉਹ ਵੀ ਜਿਹੜਾ ਆਲਾ-ਦੁਆਲਾ ਦੇਖਦਾ ਰਹੇ ਵੀ ਇਹ ਕੀ ਕੁਝ ਵਾਪਰਿਆ ਹੈਗਾ। ਜੀ, ਜੀ ਬਿਲਕੁਲ। ਜਿਹੜੀ ਹਰਜੋਤ ਸਿੰਘ ਜੀ ਸਾਊਥ ਕੋਰੀਆ ਵਾਲੀ ਦੱਸੀ ਸੀ, ਉਹ ਜਿਹੜਾ ਗਾਰਡੀਅਨ ਨੂੰ ਜਿਹੜੀ ਇਨਫੋਰਮੇਸ਼ਨ ਲੀਕ ਕੀਤੀ ਗਈ ਸੀ, ਉਹ ਆਈਸ ਦੇ ਏਜੰਟ ਨੇ ਲਿਖ ਕੇ ਘੱਲਿਆ ਸੀਗਾ ਵੀ ਸਾਰਾ ਜੀ। ਕੁਛ ਉਹਨੇ ਆਪ ਜਿਹੜਾ ਆਈਸ ਦੇ ਏਜੰਟ ਨੇ ਗੁਪਤ ਰਹਿ ਕੇ ਜਿਹੜਾ ਉਹ ਦੱਸਿਆ ਆ।
ਵੀ ਆਹ ਕੁਛ ਜਿਹੜਾ ਆ ਉੱਥੇ ਵਾਪਰਿਆ। ਪਰ ਇਹ ਸਰਾਸਰ ਧੱਕਾ ਆ ਜੀ ਨਾਲ ਦੇ ਨਾਲ। ਇਹ ਕਹਿਣੋ ਜਿਹੜਾ ਉਹ ਹਿਚਕਿਚਾਹਟ ਨਹੀਂ ਇਸ ਦੇ ਵਿੱਚ ਜਿਹੜੀ ਉਹ ਹੋਣੀ ਚਾਹੀਦੀ। ਇਹ ਉਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਹਾਂ ਜਸਟ ਬਿਕੋਜ਼ ਜੀ ਉਹ ਕਰਦੇ ਆ ਤੇ ਉਹ ਸਾਰਾ ਕੁਛ ਸਹੀ ਹੀ ਹੋਊਗਾ। ਬਹੁਤ ਸਾਰੇ ਜਿਹੜੇ ਪਾਵਰ ਹੰਗਰੀ ਜਿਹੜੇ ਲੋਕ ਨੇ ਉਹ ਏਦਾਂ ਦੀਆਂ ਕਰਤੂਤਾਂ ਜਿਹੜੀਆਂ ਕਰ ਰਹੇ ਇਹ ਤੇ ਬਹੁਤ ਵੱਡੇ ਲੰਮੇ ਖਾਮਿਆਜ਼ੇ ਭੁਗਤਣੇ ਜਿਹੜੇ ਉਹ ਪੈਣੇ ਆ ਵੀ ਕੀ ਜਿਹੜਾ ਹੋ ਰਿਹਾ। ਅਕਸਰ ਸਾਰੇ ਜਾਣੇ ਟਰੰਪ ਹੁਣਾਂ ਦੀ ਤੀਜੀ ਟਰਮ ਨੂੰ ਲੈ ਕੇ ਗੱਲ ਕਰਦੇ ਰਹਿੰਦੇ ਆ। ਜਿਹੜੇ ਕੱਲ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੌਨੀ ਬੈਰਟ, ਉਹਨਾਂ ਨੂੰ ਉਸ ਅਮੈਂਡਮੈਂਟ ਦੇ ਬਾਰੇ ਪੁੱਛਿਆ ਗਿਆ ਵੀ ਜਦੋਂ ਇਹ ਕਰਦੇ ਆ ਕਹਿੰਦੇ ਵੀ ਸਾਫ਼ ਲਿਖਿਆ, ਸਪਸ਼ਟ ਲਿਖਿਆ ਵੀ 2 ਵਾਰੀ ਤੁਸੀਂ ਰਨ ਕਰ ਸਕਦੇ, 2 ਵਾਰੀ ਤੁਸੀਂ ਆਫਿਸ ਦੇ ਵਿੱਚ ਰਹਿ ਸਕਦੇ ਆ। ਕਹਿੰਦੇ ਵੀ ਇਹਦੇ ਵਿੱਚ ਕੋਈ ਹੈ ਹੀ ਨਹੀਂ, ਇਹਦੇ ਵਿੱਚ ਕੋਈ ਇਸ ਦੇ ਵਿੱਚ ਖੱਬੇ ਸੱਜੇ ਵਿਚਾਲੇ ਜਿਹੜੀ ਉਹ ਕੋਈ ਥਾਂ ਨਹੀਂ ਹੈਗੀ। ਇਹੀ ਜਿਹੜਾ ਰਿਐਲਿਟੀ ਹੈ ਤੇ ਇਹੀ ਜਿਹੜਾ ਇਸ ਦੇ ਵਿੱਚ ਕਲੀਅਰਲੀ ਲਿਖਿਆ ਗਿਆ ਹੈਗਾ। ਸੋ ਅਮਰੀਕਾ ਨੂੰ ਆਪਣੀ ਇੰਸਟੀਟਿਊਸ਼ਨਸ ਨੂੰ ਬਚਾਉਣ ਲਈ, ਡੈਮੋਕ੍ਰੇਸੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਦੇਖਣੀਆਂ ਪੈਣੀਆਂ। ਜਿੱਥੇ ਸਹੀ ਆ ਉੱਥੇ ਸਹੀ, ਜਿੱਥੇ ਗਲਤ ਆ ਉੱਥੇ ਗਲਤ ਵੀ ਜਿਹੜਾ ਉਹ ਨਾਲ ਦੇ ਨਾਲ ਕਹਿਣਾ ਪੈਣਾ। ਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ ਜਾਂਦੇ ਜਾਂਦੇ ਜੀ। ਕੈਲੀਫੋਰਨੀਆ ਦਾ 175ਵਾਂ ਬਰਥਡੇ ਆ। ਕੱਲ ਗਵਰਨਰ ਨੇ ਐਡਰੈਸ ਵੀ ਕੀਤਾ ਸੀ। ਸਾਨੂੰ ਸਾਰਿਆਂ ਨੂੰ ਪ੍ਰਾਊਡ ਹੋਣਾ ਚਾਹੀਦਾ ਜਿਹੜੇ ਖਾਸ ਕਰਕੇ ਕੈਲੀਫੋਰਨੀਆ 'ਚ ਰਹਿੰਦੇ ਆ। ਉਹ ਚੀਜ਼ਾਂ ਕੈਲੀਫੋਰਨੀਆ ਨਾਲੇ ਬਹੁਤ ਨਹੀਂ ਦੇਖਦੇ ਜਿਹੜੀਆਂ ਹੋਰ ਸਟੇਟਾਂ 'ਚ ਹੁੰਦਾ ਆ। ਤੁਸੀਂ ਦੇਖਦੇ ਹੀ ਹੈਗੇ ਆ ਕਿਉਂਕਿ ਇੱਥੇ ਬਹੁਤ ਦੁਨੀਆ ਤੋਂ ਵੱਖ-ਵੱਖ ਮੁਲਕਾਂ ਦੇ ਜਿਹੜੇ ਲੋਕ ਆ ਉਹ ਰਹਿੰਦੇ ਹੈਗੇ ਆ। ਸੋ ਆਪਾਂ ਸਾਰਿਆਂ ਨੂੰ ਗੋਡ ਬਲੈਸ ਕੈਲੀਫੋਰਨੀਆ ਸਟੇਟ ਤੇ ਗ੍ਰੇਟ ਨੇਸ਼ਨ। ਬਿਲਕੁਲ। ਅਮਰੀਕਾ ਦੇ ਵਿੱਚ, ਯੂਨਾਈਟਿਡ ਸਟੇਟਸ ਦੇ ਵਿੱਚ 1850 ਦੇ ਵਿੱਚ ਦਾਖਲ ਹੋਏ ਸੀ। ਸੋ ਪੌਣੇ 200 ਸਾਲ ਹੋ ਗਏ ਆ। ਜਿਹੜੀ ਸਟੇਟਹੁੱਡ 9 ਸਤੰਬਰ 2025 ਨੂੰ ਜਿਹੜੀ ਮਿਲੀ ਸੀ। ਸੋ ਉਹ ਉਸਦੀ 175ਵੀਂ ਕਹਿ ਲਓ ਵੀ ਸਾਲਗਿਰਾ ਐਨੀਵਰਸਰੀ ਕੱਲ ਜਿਹੜੀ ਉਹ ਮਨਾਈ ਗਈ ਹੈਗੀ ਆ। ਸੋ ਮਿਲਦੇ ਆ ਜੀ ਸਭ ਨੂੰ ਹੁਣ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੱਸ